ਤੇ ਕੱਖ ਨਹੀਂ ਜੀ, ਕੱਖ ਨਹੀਂ ਕੀਤਾ ਸਿਵਾਏ ਲੋਕਾਂ ਨੂੰ ਲੜਾਉਣ ਤੋਂ, ਝੂਠੇ ਪਰਚੇ ਕਰਾਉਣ ਤੋਂ। ਅੱਜ ਇਹਦਾ ਇੱਕ ਟ੍ਰੈਂਡ ਹਮੇਸ਼ਾ ਹੀ ਇਹ ਰਿਹਾ ਵੀ ਇਹ ਪਿਆਰ ਨਾਲ ਚੁੱਕਦੇ ਵੀ ਬੜਾ, ਤੇ ਜਦੋਂ ਬੰਦਾ ਆਪ ਹੀ ਕਹਿਣ ਲੱਗ ਪੈਂਦਾ ਵੀ ਮੈਂ ਜਰਨੈਲ ਹੈ, ਫਿਰ ਉਹਨੂੰ ਲਾ ਕੇ ਥੱਲੇ ਮਾਰਦੇ ਮਿੰਟ 'ਚ। ਭਗਵੰਤ ਮਾਨ ਜਿਹੜਾ ਉਹਨਾਂ ਨੇ ਚਿਹਰਾ ਚੁਣਿਆ, ਤੇ ਜੇ ਉਹਨੂੰ ਮੁੱਖ ਮੰਤਰੀ ਬਣ ਕੇ ਔਰ ਪੰਜਾਬ ਦੀ ਵਾਗਡੋਰ ਸੰਭੂਗਾ ਤੇ ਫਿਰ ਤੇ ਰੱਬ ਹੀ ਰੱਖਾ ਪੰਜਾਬ ਦਾ। ਕਾਂਗਰਸ ਵੀ ਕਿਤੇ ਨਾ ਕਿਤੇ ਡਾਵਾਡੋਲ ਹੋਈ ਪਈ ਹੈ, ਕਿਧਰੇ ਰਾਣਾ ਵਰਸਸ ਸਿੱਧੂ, ਰਾਣਾ ਵਰਸਸ ਚੀਮਾ, ਕਦੇ ਬਿੱਟੂ ਵਰਸਸ ਸਿੱਧੂ। ਕਾਂਗਰਸ ਦਾ ਨੁਕਸਾਨ ਨਹੀਂ ਹੋ ਰਿਹਾ ਇਹਨਾਂ ਚੀਜ਼ਾਂ 'ਚ? ਕੀ ਸੋਚ ਕੇ ਵੋਟ ਪਾਉਣ ਜਦੋਂ ਕਾਂਗਰਸ ਆਪ ਹੀ ਨਹੀਂ ਇੰਟੈਕਟ? ਲੋਕਾਂ ਨੂੰ ਕਿਵੇਂ ਸਾਂਭਣਗੇ? ਲੋਕਾਂ ਨੇ ਸਰਕਾਰ ਤਾਂ ਪੂਰੇ 5 ਸਾਲਾਂ ਲਈ ਚੁਣੀ ਸੀ, ਹਿਸਾਬ ਮਿਲ ਰਿਹਾ ਸਿਰਫ 111 ਦਿਨਾਂ ਦਾ, ਤੇ ਇਹਦੇ 'ਚ ਲੋਕਾਂ ਦਾ ਕੀ ਕਸੂਰ? ਉਸ ਟਾਈਮ ਤੇ ਠੀਕ ਸੀ, ਪਰ ਬਣਨ ਤੋਂ ਬਾਅਦ, ਹੋਣ ਤੋਂ ਬਾਅਦ ਗਲਤੀ ਮਹਿਸੂਸ ਹੋਈ, ਔਰ ਜਦੋਂ ਗਲਤੀ ਮਹਿਸੂਸ ਹੋਣੀ ਸ਼ੁਰੂ ਹੋਈ ਫਿਰ ਕਿਸੇ ਨੇ ਮਿੰਟ ਨਹੀਂ ਲਾਇਆ। ਜੋ ਉਹਦੀ ਬੈਸਟ ਆਪਸ਼ਨ ਸੀਗੀ ਉਹ ਹਾਈ ਕਮਾਂਡ 'ਚ ਧਿਆਨ 'ਚ ਲਿਆਂਦੀ। ਅਕਾਲੀ ਦਲ ਵੇਲੇ 10 ਸਾਲ ਸਰਕਾਰ ਰਹਿ ਗਈ ਸੀ, ਉਦੋਂ ਉਹਨਾਂ ਵੇਲੇ ਕਿਹੜੇ ਕੰਮ ਅਧੂਰੇ ਸੀ ਜਿਹੜੇ ਤੁਸੀਂ ਪਿਛਲੇ 5 ਸਾਲਾਂ 'ਚ ਕੀਤੇ? ਟਿਕਟ ਲੇਟ ਆਈ ਹੈ, ਕੀ ਕਾਰਨ ਸੀ? ਕਾਰਨ ਤੇ ਜੋ ਹੁਣ ਹਾਈ ਕਮਾਂਡ ਨੂੰ ਪਤਾ ਹੋਊਗਾ। ਤੁਸੀਂ ਤਾਂ ਕਹਿ ਰਹੇ ਹੋ ਟਿਕਟ ਆ ਗਈ, ਜੇ ਕਿਤੇ ਨਾ ਆਉਂਦੀ ਫਿਰ? ਤਰਨਤਾਰਨ 'ਚ ਬਾਕੀ ਜ਼ਿਲ੍ਹਿਆਂ ਨਾਲੋਂ ਕਿਤੇ ਵੱਧ ਕ੍ਰਾਈਮ ਮੰਨਿਆ ਜਾਂਦਾ, ਉਹ ਕਿਉਂ? ਦੇਖੋ ਇਹ ਕੋਈ ਅੱਜ ਦੀ ਤਾਂ ਗੱਲ ਹੈ ਨਹੀਂ, ਇਹ ਥੋੜ੍ਹੇ ਜਿਹੇ ਬੰਦੇ ਥੋੜ੍ਹੇ ਜਜ਼ਬਾਤੀ ਜਿਹੇ ਹੋ ਜਾਂਦੇ ਕਈ ਵਾਰੀ। ਕਹਿਣਾ ਚਾਹੁੰਦੇ ਹੋ ਇੱਧਰ ਦਾ ਖੂਨ ਤੱਤਾ? ਥੋੜ੍ਹਾ ਜਿਹਾ ਹੈਗਾ, ਥੋੜ੍ਹਾ ਤੱਤਾ ਨਹੀਂ, ਬਹੁਤ ਤੱਤਾ, ਬਹੁਤ ਜ਼ਿਆਦਾ ਤੱਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਤੁਹਾਡੇ ਨਾਲ ਸੀਰਤ ਸੰਧੂ। ਪੰਜਾਬ ਦਾ ਸਿਆਸੀ ਹਾਲ ਜਾਣਨ ਲਈ ਅੱਜ ਅਸੀਂ ਪਹੁੰਚੇ ਹਾਂ ਹਲਕਾ ਖੇਮਕਰਨ ਦੇ ਕਾਂਗਰਸੀ ਐਮਐਲਏ ਸੁਖਪਾਲ ਭੁੱਲਰ ਕੋਲ। ਆਮ ਆਦਮੀ ਪਾਰਟੀ ਵੱਲੋਂ ਸਰਵਨ ਸਿੰਘ ਧੁੰਨ ਤੇ ਅਕਾਲੀ ਦਲ ਵੱਲੋਂ ਵੱਡੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਮੈਦਾਨ 'ਚ ਨੇ। ਤਿੰਨੋਂ ਉਮੀਦਵਾਰ ਕਾਂਟੇ ਦੀ ਟੱਕਰ ਦੇਣ ਦੇ ਇੱਕ ਦੂਜੇ ਨੂੰ ਆਸਾਰ 'ਚ ਨੇ। ਬਾਕੀ ਭੁੱਲਰ ਜੀ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿੰਦੇ ਨੇ, ਆਓ ਜੀ। ਭੁੱਲਰ ਸਾਹਿਬ, ਨਾਮਜ਼ਦਗੀ ਭਰ ਕੇ ਆ ਰਹੇ ਹੋ, ਕਿੱਦਾਂ ਮਹਿਸੂਸ ਹੋ ਰਿਹਾ? ਦੇਖੋ ਬੜੀ, ਕਿਉਂਕਿ ਵੈਸੇ ਤਾਂ ਰੂਟੀਨ 'ਚ ਕੰਮ ਚੱਲਦਾ ਰਹਿੰਦਾ ਹੈ ਸਾਰਾ, ਪਰ ਤੁਹਾਡੀ ਟਿਕਟ ਦੇਰ ਆਉਣ ਦੇ ਨਾਲ ਔਰ ਅੱਜ ਅਖੀਰਲੇ ਦਿਨ ਦੇ ਉੱਤੇ ਥੋੜ੍ਹਾ ਜਿਹਾ ਜਿਵੇਂ ਇੱਕ, ਕਿਉਂਕਿ ਕਾਗਜ਼ ਪੱਤਰ ਹਰ ਵਾਰੀ ਬਦਲੇ ਹੁੰਦੇ, ਕਾਫੀ ਫਾਰਮੈਲਿਟੀਜ਼ ਜਿਹੜੀਆਂ ਵਾ ਉਹ ਚੋਣ ਕਮਿਸ਼ਨ ਵੱਲੋਂ ਰੱਖੀਆਂ ਜਾਂਦੀਆਂ, ਸੋ ਉਹਨੂੰ ਪੂਰਾ ਕਰਦੇ ਥੋੜ੍ਹਾ ਜਿਹਾ ਹੁੰਦਾ ਵੀ ਯਾਰ ਸਾਰਾ ਕੁਛ ਠੀਕ ਠਾਕ ਹੋ ਜਾਏ, ਕੋਈ ਕਾਲੀ 'ਚ ਕੋਈ ਕਲੈਰੀਕਲ ਜਾਂ ਕੋਈ ਇਹੋ ਜਿਹੀ ਕੋਈ ਛੋਟੀ ਮੋਟੀ ਗਲਤੀ ਨਾ ਹੋ ਜਾਏ, ਪਰ ਉਹ ਸਾਰੇ ਸਾਡਾ ਹੋ ਗਿਆ ਵਾ। ਸੋ ਅੱਜ ਜਿਹੜਾ ਇੱਕ ਪੜਾਅ ਸੀ ਪਹਿਲਾ, ਉਹਨੂੰ ਪਾਰ ਕਰਦੇ ਹੋਏ ਇੱਕ ਥੋੜ੍ਹਾ ਜਿਹਾ ਉਹ ਦਿਮਾਗੀ ਤੌਰ 'ਤੇ ਜਿਹੜਾ ਵਾ ਥੋੜ੍ਹਾ ਰਿਲੈਕਸ ਹੋ ਰਿਹਾ। ਵਰਕਰਸ ਵਿੱਚ ਕਿੱਦਾਂ ਦਾ ਉਤਸ਼ਾਹ ਦੇਖ ਰਹੇ ਹੋ? ਦੇਖੋ ਵਰਕਰਸ ਦੀਆਂ ਦੁਆਵਾਂ, ਵਰਕਰਸ ਦਾ ਆਸ਼ੀਰਵਾਦ ਔਰ ਉਹਨਾਂ ਦੇ ਜੋਸ਼ ਨੂੰ ਹੀ ਲੈ ਕੇ ਜਿਹੜਾ ਵਾ ਜਿਹੜਾ ਇੱਕ ਟਾਈਮ 'ਤੇ ਗੜ੍ਹ ਮੰਨਿਆ ਜਾਂਦਾ ਸੀ ਸਾਡਾ ਏਰੀਆ, ਇੱਥੇ 1952 ਤੋਂ ਆਜ਼ਾਦੀ ਤੋਂ ਬਾਅਦ ਕਦੀ ਕਾਂਗਰਸ ਦਾ ਕੋਈ ਬੰਦਾ ਨਹੀਂ ਜਿੱਤਿਆ। ਸਿਰਫ ਮੇਰੇ ਪਿਤਾ ਜੀ 92 ਦੇ ਵਿੱਚ ਉਦੋਂ ਪਹਿਲੀ ਵਾਰੀ ਕਾਂਗਰਸ ਦੀ ਸੀਟ ਜਿੱਤ ਕੇ ਉਹਨਾਂ ਨੇ ਝੋਲੀ 'ਚ ਪਾਈ, ਔਰ ਉਸ ਤੋਂ ਬਾਅਦ ਫਿਰ 2002 ਦੇ ਵਿੱਚ ਬਣ ਕੇ ਫਿਰ ਉਹ ਕੈਪਟਨ ਸਾਹਿਬ ਨਾਲ ਮਿਨਿਸਟਰ ਰਹੇ, ਸਰਦਾਰ ਬੇਅੰਤ ਸਿੰਘ ਨਾਲ ਮਿਨਿਸਟਰ ਰਹੇ ਪਹਿਲੋਂ, ਔਰ ਸਾਰਿਆਂ ਨਾਲ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਔਰ ਜੇ ਕਹਿ ਦਈਏ ਵੀ ਕਾਂਗਰਸ ਪਾਰਟੀ ਦੀ ਜਿਹੜੀ ਜੋਤ ਆ ਉਹ ਇਸ ਇਲਾਕੇ ਦੇ ਵਿੱਚ ਸਾਡੇ ਪਰਿਵਾਰ ਨੇ ਜਗਾਈ, ਔਰ ਲੋਕਾਂ ਨੇ ਸਾਥ, ਔਰ ਸਾਡੇ ਇਸ ਇੰਨੇ ਲੰਮੇ ਸਮੇਂ ਤੋਂ 30-35 ਸਾਲ ਤੋਂ ਉਹ ਸਾਡੇ ਫੈਮਿਲੀ ਦੇ ਵਿੱਚ ਉਹਨਾਂ ਨੇ ਉਹ ਰੱਖਿਆ। ਕੀ ਹੁੰਗਾਰਾ ਦੇ ਰਿਹਾ ਲੋਕ? ਦੇਖੋ ਲੋਕ ਤੇ ਮੈਨੂੰ ਨਹੀਂ ਸੀ ਉਮੀਦ ਇੰਨੀ ਜ਼ਿਆਦਾ ਵੀ ਇੰਨਾ ਭਰਵਾਂ ਜੋਸ਼ ਔਰ ਇੰਨੀ ਗਰਮਜੋਸ਼ੀ ਦੇ ਨਾਲ। ਕੱਲ੍ਹ ਜਿਹੜਾ ਸਿਰਫ ਸਾਡਾ ਕੋਈ 20-25 ਕਿਲੋਮੀਟਰ ਦਾ ਹੀ ਸਫ਼ਰ ਹੈ, ਇਹਨੂੰ ਅੱਧਾ ਘੰਟਾ ਪੌਣਾ ਲੱਗੂਗਾ। ਸੋ ਸਵੇਰੇ 10:30 ਵਜੇ ਅਸੀਂ ਬਾਬਾ ਬੁੱਢਾ ਸਾਹਿਬ ਮੱਥਾ ਟੇਕ ਕੇ, ਸੋਰ ਸਿੰਘ ਤੋਂ ਲੈ ਕੇ ਤੇ ਅਖੀਰਲਾ ਜਿਹੜਾ ਸਾਡੇ ਰਤੋਕੇ ਤੇ ਵਲਟੋਏ ਹੀ ਮੱਥਾ ਟੇਕ ਕੇ ਜਾ ਕੇ 9 ਵਜੇ ਅਸੀਂ ਉੱਥੇ ਵਿਹਲੇ ਹੋਏ। ਸੋ ਅੱਜ ਸਾਰੀਆਂ ਸੜਕਾਂ ਦੇ ਉੱਤੇ ਹਰ ਪਿੰਡ ਵੱਲੋਂ ਹਰ 2-2 ਮਿੰਟ ਵੱਲੋਂ ਜਿਹੜਾ ਵਾ ਉਹ ਸਵਾਗਤ ਕੀਤੇ ਜਾ ਰਹੇ ਸੀ, ਇਕੱਠ ਕੀਤੇ ਜਾ ਰਹੇ ਸੀ, ਪਟਾਕੇ, ਆਤਿਸ਼ਬਾਜ਼ੀ ਔਰ ਢੋਲ ਢਮੱਕਾ, ਔਰ ਜਿਸ ਤਰੀਕੇ ਦਾ ਵੀ ਜਿਹਦਾ ਖੁਸ਼ੀ ਦਾ ਜਾਂ ਆਪਦੇ ਵਰਕਰਾਂ ਨੂੰ ਲੈ ਕੇ ਉਤਸ਼ਾਹ ਸੀਗਾ ਉਹ ਸਾਰਾ ਚੱਲ ਰਿਹਾ ਸੀ। ਟਿਕਟ ਲੇਟ ਆਈ ਹੈ, ਕੀ ਕਾਰਨ ਸੀ? ਕਾਰਨ ਤੇ ਜੋ ਹੁਣ ਹਾਈ ਕਮਾਂਡ ਨੂੰ ਪਤਾ ਹੋਊਗਾ ਜੀ ਕੀ ਹੈ। ਰੌਲਾ ਸੀ ਵਿੱਚ ਤਾਂ? ਉਹ ਮੈਂ ਤੇ ਇਹੀ ਸਮਝਦਾ ਵੀ ਦੇਰ ਆਏ ਦੁਰਸਤ ਆਏ। ਡਰ ਲੱਗ ਰਿਹਾ ਸੀ ਕੀ ਪਤਾ ਨਾ ਹੀ ਆਵੇ? ਨਹੀਂ, ਮੈਨੂੰ ਡਰ ਨਹੀਂ ਸੀਗਾ, ਪਰ ਮੈਨੂੰ ਭਰੋਸਾ ਸੀਗਾ ਵੀ ਨਹੀਂ, ਕੋਈ ਵੀ ਪਾਰਟੀ ਇਹੋ ਜਿਹਾ ਗਲਤ ਕਦਮ ਨਹੀਂ ਚੁੱਕੂਗੀ ਵੀ ਜਿਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ, ਜਿਵੇਂ ਮੈਂ ਅੱਗੇ ਗੱਲ ਕੀਤੀ ਵੀ ਇੱਕ ਜੋਤ ਜਗਾਉਣ ਵਾਲੀ ਔਰ ਪਾਰਟੀ ਨੂੰ ਇੱਕ ਪਿੰਡਾਂ ਤੱਕ ਇੱਥੋਂ ਤੱਕ ਖੜਾ ਕਰਨ ਵਾਲੀ ਜਿਹੜੀ ਗੱਲ ਸੀ, ਉਹਨੂੰ ਕਿ ਕੋਈ ਇਹੋ ਜਿਹੀ ਗੱਲ ਕਰਕੇ ਉਹ ਹਮੇਸ਼ਾ ਵਾਸਤੇ ਜਿਹੜੀ ਆ ਇਹ ਖਤਮ ਹੋ ਜਾਏ। ਸੋ ਇਹੋ ਜਿਹੀ ਕੋਈ ਗੱਲ ਨਹੀਂ ਸੀ। ਕੋਈ 100 ਗੱਲਾਂ ਬਾਤਾਂ ਹੁੰਦੀਆਂ ਉਹਨਾਂ ਦੀ ਹਾਈ ਕਮਾਂਡ ਦੀਆਂ, ਉਹਨਾਂ ਹਾਈ ਕਮਾਂਡ ਨੂੰ ਤੇ ਨਹੀਂ ਕੁਛ ਕਿਹਾ ਜਾ ਸਕਦਾ। ਸੋ ਉਹਦਾ ਤੇ ਹੁਕਮ ਹੀ ਇੱਕ
ਕੀ ਕਹਿੰਦੇ ਆ, ਇੱਕ ਸੱਚੇ ਸਿਪਾਹੀ ਹੋਣ ਦੇ ਨਾਤੇ ਅਸੀਂ ਉਹ ਮੰਨਦੇ ਰਹੇ। ਇਹ ਤਾਂ ਤੁਸੀਂ ਤਾਂ ਕਹਿ ਰਹੇ ਹੋ ਟਿਕਟ ਆ ਗਈ, ਜੇ ਕਿਤੇ ਨਾ ਆਉਂਦੀ ਫਿਰ ਆਜ਼ਾਦ ਉਮੀਦਵਾਰ ਵਜੋਂ ਲੜਦੇ ਤੁਸੀਂ ਵੀ। ਨਹੀਂ ਨਹੀਂ, ਫਿਰ ਪਹਿਲਾਂ ਦੇਖਦੇ ਨਾ ਕੀ ਹੁੰਦਾ, ਕੀ ਫਿਰ ਹੀ ਜੇ ਕਿਤੇ ਨਾ ਕਿਤੇ ਹੋਣੇ ਤਾਂ ਤੁਸੀਂ। ਜੇ ਤੇ ਬੜਾ ਕੁਝ ਹੁੰਦਾ ਨਾ, ਜੇ ਐ ਆ ਜੇ ਉਹ ਜੇ ਆ। ਸੋ ਇਹੋ ਜਿਹੀ ਕੋਈ ਗੱਲ ਨਹੀਂ ਸੀ। ਟਿਕਟ ਮਿਲਣੀ ਸੀਗੀ, ਇਹਦਾ ਮੈਨੂੰ ਭਰੋਸਾ ਸੀ ਆਪਣੇ ਸਾਰੇ ਸਾਥੀਆਂ ਤੇ, ਆਪਣੀ ਲੀਡਰਸ਼ਿਪ ਤੇ, ਔਰ ਸਾਡੇ ਸਾਰੇ ਹੀ ਚਾਹੇ ਉਹ ਮੁੱਖ ਮੰਤਰੀ ਸਾਹਿਬ, ਚਾਹੇ ਸਾਡੇ ਪ੍ਰਧਾਨ ਸਾਹਿਬ, ਚਾਹੇ ਸਾਡੇ ਇੰਚਾਰਜ ਹਰੀਸ਼ ਜੀ, ਜਿਨ੍ਹਾਂ ਨੂੰ ਦੁਬਾਰਾ ਆਪਾਂ ਕਹਿ ਲਈਏ ਵੀ ਆਮ ਤੌਰ 'ਤੇ ਜਦੋਂ ਇੱਕ ਇੰਚਾਰਜ ਇੱਕ ਇਲੈਕਸ਼ਨ ਕਰਾ ਲੈਂਦੇ ਆ, ਉਹ ਬੜੇ ਘੱਟ ਹੀ ਦੁਬਾਰਾ ਉਹਨਾਂ ਨੂੰ ਮਿਲਦਾ ਉਹਦੇ ਵਿੱਚ। ਸੋ ਉਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਸਾਰਾ ਸੋਚ ਸਮਝ ਕੇ ਕੋਈ ਉਹਨਾਂ ਨੇ ਫੈਸਲਾ ਲਿਆ। ਔਰ ਮੈਂ ਸਮਝਦਾ ਵੀ ਕਿਸੇ ਨੂੰ ਬਲੇਮ ਕਰਨ ਨੂੰ ਹੋ ਸਕਦਾ ਮੇਰੇ 'ਚ ਕੋਈ ਗਲਤੀ ਹੋਣ, ਜਿਹਦੇ ਲਈ ਉਹਨਾਂ ਨੂੰ ਕੁਝ ਸੋਚਣਾ ਪਿਆ ਵੀ ਇਹ ਕੀ ਆ। ਔਰ ਦੂਜੀ ਗੱਲ ਇਹ ਵੀ ਸੋਚਦੇ ਕਈ ਵਾਰੀ ਵੀ ਹੋ ਸਕਦਾ ਵੀ ਥੋੜ੍ਹਾ ਜਿਹਾ ਕੋਈ ਇਲਾਕੇ ਦਾ ਕੋਈ ਫੀਡਬੈਕ ਹੋਵੇ ਵੀ ਜੇ ਥੋੜ੍ਹੀ ਜਿਹੀ ਬ੍ਰੇਕ ਲੱਗੂਗੀ ਜਾਂ ਕੁਛ ਹੋਊ ਤੇ ਲੋਕਾਂ ਦਾ ਕੀ ਆਉਂਦਾ, ਲੋਕ ਕੀ ਕਰਨਾ ਚਾਹੁੰਦੇ ਆ ਵੀ। ਸੋ ਉਹ ਸਾਰਾ ਫੀਡਬੈਕ ਲੈ ਕੇ ਉਹਨਾਂ ਨੇ ਕੀਤਾ, ਔਰ ਵਧੀਆ ਉਹਨਾਂ ਨੇ, ਮੈਂ ਸਮਝਦਾ ਜੋ ਵੀ ਉਹਨਾਂ ਨੇ ਕੀਤਾ ਵਧੀਆ ਕੀਤਾ। ਇਹ ਹੁਕਮ, ਇਹ ਫੈਸਲਾ ਜਿਹੜਾ ਵਾ ਸਿਰ ਮੱਥੇ ਆ। ਪਿਛਲੀ ਵਾਰ ਨਗਰ ਨਿਗਮ ਚੋਣਾਂ ਵੇਲੇ ਜਦੋਂ ਨਾਮਜ਼ਦਗੀ ਭਰਨ ਲੱਗੇ ਸੀ, ਉਦੋਂ ਲੜਾਈ ਹੋਈ ਸੀ, ਕੀ ਕਾਰਨ ਸੀ? ਦੇਖੋ ਬੜੀ ਮਾੜੀ ਗੱਲ ਹੈ, ਇੱਦਾਂ ਨੋਮੀਨੇਸ਼ਨਸ ਵੇਲੇ ਜਿਹੜੇ ਹਾਰਦੇ ਹੋਏ ਬੰਦੇ ਉਹਨਾਂ ਨੇ 100 ਹੱਥ ਕੰਡੇ ਬਣਾਉਣੇ ਹੁੰਦੇ। ਨੋਮੀਨੇਸ਼ਨਸ ਫਾਈਲ ਕਰਨੀਆਂ ਵਾਰੀ ਸਿਰ ਆਪਦੀਆਂ ਕਰੋ। ਸਾਡੀ ਪਾਰਟੀ ਵੱਲੋਂ ਟਾਈਮ ਲਿਆ ਗਿਆ ਉੱਥੇ ਵੀ ਇੰਨੇ ਵਜੇ, ਜਿਵੇਂ ਅੱਜ ਵੀ ਅਸੀਂ ਟਾਈਮ ਲੈ ਕੇ ਉਹਨਾਂ ਨੇ ਇਕੱਲੇ ਇਕੱਲੇ ਨੂੰ ਬੁਲਾਇਆ। ਔਰ ਤੁਸੀਂ ਉਸ ਟਾਈਮ ਦੀਆਂ ਵੀਡੀਓਜ਼ ਜਾਂ ਸਾਰੀਆਂ ਦੇਖੀਆਂ ਹੋਣੀਆਂ ਉੱਥੇ ਵੀ ਇਹ ਜਿਹੜਾ ਸਾਡਾ ਪੁਰਾਣਾ ਪ੍ਰਧਾਨ ਸੀ ਅਕਾਲੀ ਦਲ ਦਾ, ਉਹਦਾ ਆਫਿਸ ਜਿੱਥੇ ਕਮੇਟੀ ਦਾ, ਉਹਦੇ ਸਾਹਮਣੇ ਉਹਨਾਂ ਦਾ ਘਰ ਹੈ, ਉੱਥੇ ਡੇਅਰੀ ਦਾ ਉਹਨਾਂ ਦਾ ਕੰਮ। ਉੱਥੇ ਕੋਈ 200 ਤੋਂ 400 ਬੰਦੇ ਨਹੀਂ ਆਪਾਂ ਕਹਿ ਸਕਦੇ, ਉਹਨੂੰ ਗੁੰਡੇ ਕਹਿ ਸਕਦੇ ਹਾਂ, ਜਿਹੜੇ ਕਿਰਪਾਨਾਂ ਲੈ ਕੇ ਤੇ ਪਿਸਤੌਲ ਤੇ ਨਜਾਇਜ਼ ਹਥਿਆਰ ਲੈ ਕੇ ਉੱਥੇ ਬੈਠੇ। ਜਿਵੇਂ ਹੀ ਇਹ ਸਾਡੇ ਬੰਦੇ, ਕਿਉਂਕਿ ਇਕੱਲੇ ਸੀਗੇ, ਇਹ ਆਪਦੀ ਨੋਮੀਨੇਸ਼ਨ ਜਿਹੜੀ ਆ ਇੱਕ ਜਣਾ, ਜਿਵੇਂ ਇੱਕ ਜਣੇ ਨਾਲ ਜਾ ਸਕਦਾ ਉੱਦਾਂ ਜਾ ਰਹੇ ਸੀ 10-12 ਜਣੇ। ਔਰ ਉਹਨਾਂ ਨੇ ਇੱਕ ਹਮਲਾ ਜਿਹੜਾ ਉਹ ਕੀਤਾ, ਉੱਤੇ ਗੋਲੀਆਂ ਚਲਾਈਆਂ, ਦਾਤਰ, ਕਿਰਪਾਨਾਂ ਔਰ ਹੋਰ ਮਾਰੂ ਹਥਿਆਰ ਲੈ ਕੇ ਇਹਨਾਂ ਦੇ ਸਾਰਿਆਂ ਦੇ ਗਲ ਪੈ ਕੇ ਔਰ ਸਾਰਿਆਂ ਨੂੰ ਭਜਾਇਆ। ਔਰ ਕੁਛ ਵੀ ਇਹੋ ਜਦੋਂ ਹਰਕਤ ਹੁੰਦੀ, ਉਹ ਹਮੇਸ਼ਾ ਜਿਹੜੀ ਰੂਲਿੰਗ ਪਾਰਟੀ ਹੁੰਦੀ ਉਹਦੇ ਉੱਤੇ ਗੱਲ ਆ ਜਾਂਦੀ ਨਾ ਵੀ ਇਹ ਲਾਅ ਐਂਡ ਆਰਡਰ ਨਹੀਂ ਸੰਭਾਲ ਸਕੇ ਜਾਂ ਇਹ ਉਹ ਸਾਰਾ, ਤੇ ਇਹਨਾਂ ਨੇ ਹੀ ਕੀਤਾ ਹੋਣਾ। ਸੋ ਇੱਕ ਮਾਈਂਡ ਸੈੱਟ ਹੁੰਦਾ ਹਰ ਕਿਸੇ ਦਾ ਵੀ ਯਾਰ ਜਿਹੜਾ ਸਰਕਾਰ ਉਹਨਾਂ ਨੇ ਧੱਕਾ ਕੀਤਾ ਹੋਣਾ। ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਾਰੀ, ਕਿਉਂਕਿ ਜਿਵੇਂ ਹਰ ਚੀਜ਼ ਦੀ ਅੱਜ ਕੱਲ੍ਹ ਵੀਡੀਓਗ੍ਰਾਫੀ ਹੁੰਦੀ ਆ, ਜੋ ਉਸ ਟਾਈਮ ਦੀ ਇਲੈਕਸ਼ਨ ਦੀ ਪ੍ਰਕਿਰਿਆ ਚੱਲ ਰਹੀ ਸੀ, ਉਹਦੀ ਜੋ ਵੀਡੀਓਗ੍ਰਾਫੀ, ਜੋ ਸਾਰਾ ਕੁਛ, ਉਹ ਤੱਤ ਸਾਰੇ ਸਾਹਮਣੇ ਆਏ। ਸੋ ਸਾਰੇ ਸੀਨੀਅਰ ਅਫਸਰ ਸਾਹਿਬਾਨ, ਮੇਰੇ ਖਿਆਲ DIG ਸਾਹਿਬ ਔਰ SSP ਸਾਰੇ ਇੱਥੇ ਆਏ, ਔਰ ਉਹਨਾਂ ਨੇ ਵੇਖਿਆ ਵੀ ਕਿਹੜਾ ਗਲਤ ਆ, ਕਿਹੜਾ ਗੁਨਾਹਗਾਰ ਆ, ਕਿੰਨੇ ਗਲਤ ਕੰਮ ਕੀਤਾ। ਸੋ ਉਹਦੇ ਅਕੋਰਡਿੰਗਲੀ ਉਹ ਜਿਹੜੀ ਜੋ ਕਾਨੂੰਨੀ ਕਾਰਵਾਈ ਹੋਈ। ਮਿਲਿਆ ਗੁਨਾਹਗਾਰ ਕੌਣ ਸੀ? ਹਾਂ ਪਰਚੇ ਦਰਜ ਉਹਨਾਂ ਦੇ 307 ਦੇ, ਉਹ ਅਰੈਸਟ ਵਿੱਚੋਂ ਕਈਆਂ ਦੀ ਪਈ, ਹੁਣ ਕਈਆਂ ਦੀ ਮੈਂ ਕਿਹਾ ਸ਼ਾਇਦ ਜ਼ਮਾਨਤ ਲਈ ਹੈ ਜਾਂ ਕੋਈ ਇਨਕੁਆਇਰੀ ਲੱਗੀ ਆ, ਜੋ ਮਤਲਬ ਕਾਨੂੰਨ ਦਾ ਜੋ ਰੂਲਿੰਗ ਪਾਰਟੀ ਦੀ ਇਮੇਜ ਖਰਾਬ ਕਰਨ ਨੂੰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ। ਉਹੀ ਨਾ, ਜਦੋਂ ਪਤਾ ਵੀ ਅਸੀਂ ਇੰਨੇ ਮਾੜੇ ਕੰਮ ਕੀਤੇ ਹੋਏ, ਸਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ, ਔਰ ਅਸੀਂ ਇਹੋ ਜਿਹਾ ਖੱਲਰ ਪਾਈਏ ਵੀ ਇਹ ਮਾਹੌਲ ਖਰਾਬ ਹੋਵੇ ਜਿਹਦੇ ਨਾਲ ਸਾਨੂੰ ਕੋਈ ਨਾ ਕੋਈ ਬੈਨੀਫਿਟ ਮਿਲ ਸਕੇ। ਇਹਦੇ ਵੱਲ ਇਸ਼ਾਰਾ ਕਰ ਰਹੇ ਅਕਾਲੀ ਦਲ ਨਾਲ, ਪਿਛਲੇ ਅਕਾਲੀ ਦਲ ਵਿਰਸਾ ਵਲਟੋਆ, ਉਹ ਕਿਉਂਕਿ ਉਹ ਉੱਥੇ ਵਿੱਚ ਸੀਗਾ ਬੈਠਾ ਉੱਥੇ, ਔਰ ਉਹ ਸਾਰੇ ਸਾਬਕਾ ਪ੍ਰਧਾਨ ਹੀ ਜਦੋਂ ਅਕਾਲੀ ਦਲ ਜਿਹਦੇ ਘਰ ਬੈਠੇ ਹੀ ਇਹ ਸਾਰੀ ਸਾਜ਼ਿਸ਼ ਔਰ ਰਚਨਾ ਰਚੀ ਗਈ ਹੈ। ਸੋ ਇਹ 'ਚ ਕੋਈ ਸ਼ੱਕ ਵਾਲੀ ਜਾਂ ਸੈਕੰਡ ਆਪਸ਼ਨ ਜਾਂ ਸੈਕੰਡ ਥਾਟ ਤੇ ਕੋਈ ਰਹਿੰਦੀ ਨਹੀਂ ਵੀ ਕੌਣ ਹੋ ਸਕਦਾ ਨਾ। ਉਹ ਇਹ ਤੇ ਉਹਨਾਂ ਨੇ ਸਾਰਾ ਕੁਝ ਕੀਤਾ, ਹੋਰ ਤਾਂ ਹੈ ਹੀ ਕੋਈ ਨਹੀਂ ਸੀ ਉਸ ਟਾਈਮ ਤੇ, ਨਾ ਤੀਜੀ ਪਾਰਟੀ, ਨਾ ਕੋਈ ਤੀਜਾ ਧਿਰ, ਨਾ ਕੋਈ ਤੀਜੀ ਹੋਰ ਕੋਈ ਗੱਲ। ਮੁਕਾਬਲਾ ਕਿਹਨੂੰ ਦੇਖਦੇ ਹੋ ਐਤਕੀ, ਆਮ ਆਦਮੀ ਪਾਰਟੀ ਨੂੰ ਕਿ ਅਕਾਲੀ ਦਲ ਨੂੰ? ਦੇਖੋ ਮੈਂ ਅੱਗੇ ਵੀ ਉੱਥੇ ਜ਼ਿਕਰ ਕੀਤਾ, ਜੋ ਸਾਡੇ ਵਰਕਰਾਂ ਦਾ ਜੋਸ਼, ਜੋ ਉਹਨਾਂ ਦਾ ਉਤਸ਼ਾਹ ਸੀ ਪਿਛਲੀ ਵਾਰੀ, ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ, ਸ਼ਾਇਦ ਤੁਹਾਨੂੰ ਵੀ ਇਸ ਗੱਲ ਦਾ ਪਤਾ, ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਨਹੀਂ ਮਤਲਬ ਹਰ ਕੈਂਡੀਡੇਟ ਨਾਲੋਂ ਜਿਹੜੇ ਮੈਕਸਿਮਮ ਜਿਹੜੀਆਂ ਵੋਟਸ ਪਈਆਂ ਇੱਕ ਇੰਡੀਵਿਜੂਅਲ ਕੈਂਡੀਡੇਟ ਨੂੰ, ਉਹ ਮੈਨੂੰ ਪਈਆਂ ਸੀ 83,000 82,000 ਕੁਛ ਇੱਦਾਂ। ਔਰ ਉਹੀ ਵਰਕਰ, ਉਹੀ ਜੋਸ਼, ਉਹੀ ਉਤਸ਼ਾਹ ਐਤਕੀ ਫਿਰ 5 ਸਾਲਾਂ ਬਾਅਦ ਮੈਨੂੰ ਫਿਰ ਵੇਖਣ ਨੂੰ ਮਿਲ ਰਿਹਾ। ਕਿਉਂਕਿ ਜਦੋਂ ਤੁਸੀਂ ਵਰਕਰ ਨਾਲ ਜਾਂਦੇ ਜੇ, ਜਿਹੜੇ ਕੋਈ ਢਿੱਲੇ ਹੁੰਦੇ, ਨਾਰਾਜ਼ ਹੁੰਦੇ ਆ, ਜਾਂ ਕੁਛ ਮਨ 'ਚ ਕੋਈ ਗੱਲ ਹੁੰਦੀ ਨਾ, ਉਹ ਉਹਨਾਂ ਦਾ ਪਤਾ ਲੱਗ ਜਾਂਦਾ ਵੀ ਕਿਹੋ ਜਿਹਾ। ਪਰ ਜਦੋਂ ਪਤਾ ਵੀ ਇਹ ਬੰਦਾ ਲੜਾਈ ਲੜਨ ਨੂੰ ਤਿਆਰ ਹੈ, ਸਾਰਾ ਕੰਮ ਕਰਨ ਨੂੰ ਤਿਆਰ ਹੈ ਖਿੱਚਣ ਨੂੰ, ਅਤੇ ਉਦੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਨਹੀਂ, ਐਤਕੀ ਫਿਰ
ਗੁਰੂ ਮਹਾਰਾਜ ਨੇ ਕਿਰਪਾ ਕਰ ਦੇਣੀ ਔਰ ਬੜੇ ਨਿਰਪੱਖ ਹੋ ਕੇ ਅਸੀਂ ਜਿਹੜੇ ਆ ਇਹ ਸਾਰੇ ਇਹ ਕੰਮ ਕਰਾਏ। ਆਹ ਜਿਹੜੀ ਸੜਕ ਦੇ ਉੱਤੇ ਆਪਾਂ ਟਰੈਵਲ ਕਰ ਰਹੇ ਜਿਹਦੇ 'ਚ ਤੁਸੀਂ ਝਾਤੀ ਮਾਰੋ ਅੱਗੇ ਉੱਥੇ ਇੱਥੇ ਏਡਾ ਵੱਡਾ ਪਾਣੀ ਦਾ ਚੜਾ ਹੁੰਦਾ ਸੀਗਾ, ਪੁਲ ਵੀ ਨਹੀਂ ਸੀਗਾ, ਇਹ ਵੀ ਟੁੱਟ ਗਿਆ ਸੀ ਬਿਲਕੁਲ ਖਸਤਾ ਹਾਲਤ ਵਿੱਚ, ਇੱਥੋਂ ਨਿਕਲਿਆ ਨਹੀਂ ਸੀ ਜਾਂਦਾ। ਆਹ ਦੇਖੋ 4 ਲੇਨ ਜਿਹੜੀ ਆ ਇਹ ਬਣੀ ਪਈ ਸੜਕ, ਸਟਰੀਟ ਲਾਈਟਾਂ ਤੱਕ ਇੱਥੇ ਲਵਾਈਆਂ ਪਈਆਂ। ਸਟੇਟ ਹਾਈਵੇ ਨੂੰ ਮੈਂ ਨੈਸ਼ਨਲ ਹਾਈਵੇ ਦੇ ਵਿੱਚ ਕਨਵਰਟ ਕਰਾ ਕੇ 190 ਕਰੋੜ ਰੁਪਈਆ ਮੈਂ ਦਿੱਲੀੋਂ, ਉਦੋਂ ਕੈਪਟਨ ਸਾਹਿਬ ਸੀ ਗਡਕਰੀ ਸਾਹਿਬ, ਚਲੋ ਜਿਹੜੇ ਓਪੋਜੀਸ਼ਨ ਪਾਰਟੀ ਦਾ ਵੀ ਕੋਈ ਬੰਦਾ ਨੇ ਚੰਗਾ ਕੰਮ ਕੀਤਾ ਹੋਵੇ ਉਹ ਵੀ ਮੰਨਣਾ ਚਾਹੀਦਾ। ਰਾਜਾ ਦੇਖੋ ਸਾਰੀ ਆ 4 ਲੇਨ ਸਾਡੀ ਸੜਕ ਬਣੀ ਪਈ ਅੰਮ੍ਰਿਤਸਰ ਤੋਂ ਖੇਮਕਰਨ ਬਾਰਡਰ ਦਾ ਏਰੀਆ ਵਾ, ਇੱਧਰ ਸਾਰਾ ਪਾਕਿਸਤਾਨ ਆ। ਇਹੋ ਹੀ ਸਾਡੀ ਇੱਕ ਮੇਨ ਸਾਡੀ ਰੋਡ ਆ ਵੀ ਜਿਵੇਂ ਇੱਕ ਕਹਿ ਲਓ ਵੀ ਇੱਕ ਬੋਟਲ ਨੈਕ 'ਚੋਂ ਨਿਕਲਣਾ, ਤੇ ਇਹੋ ਹੀ ਸਾਡੀ ਸੜਕ ਜਿਹੜੀ ਅਸੀਂ ਵਰਤਦੇ ਹਾਂ ਕਿਉਂਕਿ ਜੇ ਕੋਈ ਖੁਦਾ ਨਾ ਖਾਸਤਾ ਕੋਈ ਇਹੋ ਜਿਹੀ ਗੱਲਬਾਤ ਹੋਵੇ ਇਹ ਬੰਦ ਹੋ ਜੇ ਤੇ ਇੱਧਰੋਂ ਆ ਸਾਰੇ ਜਿਹੜੇ ਪਿੰਡ ਆ ਇਹ ਬਾਹਰ ਨਹੀਂ ਨਿਕਲ ਸਕਦੇ ਫਿਰ। ਸੋ ਇਹ ਸਾਰੇ ਕੰਮਕਾਰ ਇਹ ਡਿਵੈਲਪਮੈਂਟਾਂ ਜਿਹੜੀਆਂ ਵਾ ਇਹ ਸਾਰੀਆਂ ਅਸੀਂ ਕਰਾਈਆਂ। ਲੋਕ ਕਹਿੰਦੇ ਆ ਸੜਕਾਂ ਨਾਲੀਆਂ ਦੀਆਂ ਐਗਜ਼ਾਮਪਲ ਦੇ ਕੇ ਸਾਨੂੰ ਚੁੱਪ ਕਰਾ ਦਿੰਦੇ ਆ, ਬਾਕੀ ਤਾਂ ਸਹੂਲਤਾਂ ਮਿਲਦੀਆਂ ਹੀ ਨਹੀਂ ਸਾਨੂੰ। ਦੇਖੋ ਇਹ ਚਲੋ ਇਹ ਵੀ ਕਿਉਂਕਿ ਜੋ ਲੋਕਾਂ ਨੇ ਕਹਿਣਾ ਉਹ ਤਾਂ ਮੰਨਣਾ ਹੀ ਪੈਣਾ ਕਿਉਂਕਿ ਲੋਕਾਂ ਨੇ ਆਪਦਾ ਨੁਮਾਇੰਦਾ ਚੁਣਨਾ। ਅਸੀਂ ਕਈ ਜਗ੍ਹਾ ਸੜਕਾਂ ਬਣਾ ਦਿੱਤੀਆਂ ਜੀ ਉਹ ਬਣਾ ਦਿੱਤੀਆਂ, ਉਹ ਕਹਿਣ ਵੀ ਕੋਈ ਲੋੜ ਨਹੀਂ ਗਈ ਜਾਂ ਇਹ ਜਾਂ ਉਹ, ਪਰ ਇਹ ਸਾਡਾ ਫਰਜ਼ ਬਣਦਾ। ਹੁਣ ਵੇਖੋ ਇਹ ਜਿਹੜਾ ਆਹ ਪ੍ਰੋਜੈਕਟ ਹੈ ਭਾਰਤਮਾਲਾ ਦੇ ਵਿੱਚ ਪ੍ਰੋਜੈਕਟ ਸੀ, ਸੋ ਇਹ ਇਕੱਲਾ ਇੱਥੇ ਨਹੀਂ ਸੀਗਾ, ਇਹਦੇ ਵੱਖਰੇ ਵੱਖਰੇ ਫੇਜ਼ਿਸ ਆ। ਇੱਥੋਂ ਅੰਮ੍ਰਿਤਸਰ ਤੋਂ ਇੱਕ ਬਾਈਪਾਸ ਨਿਕਲ ਕੇ ਜਾਣਾ ਏਅਰਪੋਰਟ ਨੂੰ, ਉੱਥੋਂ ਗਾਂਹ ਜਾਣਾ, ਇੱਧਰੋਂ ਇੱਕ ਨਿਕਲ ਕੇ ਫਿਰੋਜ਼ਪੁਰ ਨੂੰ, ਫਿਰੋਜ਼ਪੁਰ ਤੋਂ ਅੱਗੇ ਮਤਲਬ ਬਹੁਤ ਲੰਮਾ ਚੌੜਾ ਪੂਰੇ ਇੰਡੀਆ ਦੇ ਵਿੱਚ ਬਣਨਾ। ਪਰ ਅਸੀਂ ਇਹ ਕੋਸ਼ਿਸ਼ ਕੀਤੀ ਵੀ ਜ਼ੋਰ ਲਾ ਕੇ ਪਹਿਲੇ ਫੇਜ਼ ਵਿੱਚ ਇਹ ਪੈਸੇ ਲਿਆ ਕੇ ਤਾਂ ਅਸੀਂ ਸ਼ੁਰੂ ਕਰਾਈਏ। ਮੈਂ ਨਾ ਜ਼ੋਰ ਲਾਉਂਦਾ ਤੇ ਕੋਈ ਹੋਰ MLA ਜਾਂ ਹੋਰ ਕੋਈ ਸਰਕਾਰ ਦਾ ਬੰਦਾ ਆਪਦੇ ਜ਼ਿਲ੍ਹੇ 'ਚ ਜਾਂ ਕਿਤੇ ਕੋਈ ਲੈ ਜਾਂਦਾ। ਸੋ ਇਹ ਗੱਲਾਂ ਜਿਹੜੀਆਂ ਵਾ ਇਹ ਲੋਕਾਂ ਦੀਆਂ ਜਿਹੜੀਆਂ ਵਾ ਉਹ ਸਾਰੀਆਂ ਸਿਰ ਮੱਥੇ ਆ, ਪਰ ਜਿਨ੍ਹਾਂ ਨੇ ਆਪਦਾ ਨੁਮਾਇੰਦਾ ਬਣਾਇਆ ਉਹ ਕਿਹੜੇ ਕੰਮਾਂ ਨੂੰ ਬਣਾਇਆ? ਇਹਨਾਂ ਕੰਮਾਂ ਨੂੰ ਬਣਾਇਆ ਨਾ। ਸੋ ਆਹ ਇੱਥੇ ਤੁਸੀਂ ਆ ਬਿਜਲੀ ਘਰ ਵੇਖ ਸਕਦੇ, ਜੇ ਤੁਸੀਂ ਇੱਧਰ ਨੂੰ ਮਾਰੋ ਇਹ 200 ਇਹਦਾ ਇਹ ਪਿਛਲੀ ਵਾਰੀ ਵੱਡੇ ਭੁੱਲਰ ਸਾਹਿਬ ਜਦੋਂ ਮਿਨਿਸਟਰ ਬਣੇ ਸੀ ਬਿਜਲੀ ਦੀ ਬੜੀ ਸ਼ਾਰਟੇਜ ਬੜੀ ਇੱਥੇ ਉਹ ਸੀਗੀ, ਇਹ ਉਦੋਂ ਉਹਨਾਂ ਨੇ ਬਣਾ ਕੇ ਇੱਥੇ ਦਿੱਤਾ। ਹੁਣ ਜੇ ਚੀਜ਼ਾਂ ਬਣੀਆਂ ਤਾਂ ਹੀ ਆਪਾਂ ਵਰਤਣ ਦੇ ਨਾ ਜੀ। ਹੁਣ ਸੜਕ ਦੀ ਨਹੀਂ ਲੋੜ ਕਿਸੇ ਨੂੰ, ਚਲੋ ਕਿਸੇ ਲਈ ਕੋਈ ਨਹੀਂ ਸੈਟਿਸਫੈਕਸ਼ਨ ਹੁੰਦੀ, ਪਰ ਅੱਜ ਵੇਖੋ ਇੰਨਾ ਜ਼ਿਆਦਾ ਟ੍ਰੈਫਿਕ ਰੋਡ ਦੇ ਉੱਤੇ ਵੱਧ ਗਿਆ ਔਰ ਆਹ ਬਿਜਲੀ ਘਰ ਦੀਆਂ ਬਿਜਲੀ ਦੀ ਆਪਾਂ ਗੱਲ ਕਰ ਰਹੇ ਹਾਂ, ਹਰ ਘਰ ਦੇ ਵਿੱਚ ਅੱਜ AC ਫਰਿੱਜ TV ਮੋਬਾਈਲ ਇਹ ਉਹ ਬਿਜਲੀ ਤੋਂ ਬਗੈਰ ਤੇ ਮਤਲਬ ਜਿਵੇਂ ਸਾਹ ਤੋਂ ਬਗੈਰ ਨਹੀਂ ਬੰਦਾ ਰਹਿ ਸਕਦਾ ਵੈਸੇ ਬਿਜਲੀ ਤੋਂ ਬਗੈਰ ਵੀ ਨਹੀਂ ਰਹਿ ਸਕਦਾ। ਸੋ ਇਹ ਕੰਮ ਕਰਨੇ ਵੀ ਆਪਣੇ ਫਰਜ਼ ਆ। ਬਾਕੀ ਲੋਕਾਂ ਦੀਆਂ ਇੱਛਾਵਾਂ ਦੇ ਉੱਤੇ ਪੂਰਾ ਉਤਰਨਾ ਜਾਂ ਉਹ ਸਾਰੇ ਕੰਮਕਾਰ ਜਿਹੜਾ ਉਹ ਵੀ ਉਹਨਾਂ ਦਾ ਵਿਸ਼ਵਾਸ ਅਸਲੀ 'ਚ ਮੈਂ ਸਮਝਦਾ ਜਿਹੜਾ ਵਿਸ਼ਵਾਸ ਜਿਹੜਾ ਉਹਨਾਂ ਦਾ ਜਿੱਤਣਾ ਨਾ ਉਹ ਬੜਾ ਇੰਪੋਰਟੈਂਟ ਆ, ਉਹ ਬੜਾ ਜ਼ਰੂਰੀ ਆ ਕਿ ਉਹ ਘੱਟੋ ਘੱਟ ਲੋਕਾਂ ਨੂੰ ਆਪਦੇ ਲੀਡਰ ਦੇ ਉੱਤੇ ਇੰਨਾ ਕੁ ਭਰੋਸਾ ਤੇ ਹੋਵੇ ਵੀ ਯਾਰ ਜੇ ਸਾਡੇ ਨਾਲ ਹੈਗਾ ਤਾਂ ਹੈਗਾ, ਜੇ ਇਹਨੇ ਸਾਡੀ ਬਾਂਹ ਫੜੀ ਆ ਤੇ ਇਹ ਸਾਡੇ ਨਾਲ ਖਲੋਤਾ ਹੀ ਨਹੀਂਗਾ ਵੀ ਇਹਨੂੰ ਕੁਛ ਕਹਿ ਦੂਗਾ ਉਹਨੂੰ ਕੁਛ ਕਹਿ ਦੂਗਾ, ਤੇ ਉਹ ਜਿਹੜੀ ਚੀਜ਼ ਆ ਨਾ ਉਹ ਲੋਕ ਨਹੀਂ ਪਸੰਦ ਕਰਦੇ। ਔਰ ਇਹ ਮੈਂ ਆਪਦਾ ਮੇਨ ਐਤਕੀ ਨਾ 5 ਸਾਲਾਂ 'ਚ ਇਹੋ ਇੱਕ ਚੀਜ਼ ਰੱਖੀ ਵੀ ਯਾਰ ਜਿਹਨੂੰ ਜੋ ਕਹਿਣਾ ਸੱਚ ਦੀ ਗੱਲ ਕਰਨੀ। ਔਰ ਅੱਜ ਤੋਂ 5 ਸਾਲ ਪਹਿਲਾਂ ਜਦੋਂ ਸਰਕਾਰ ਸਾਡੀ ਬਣ ਕੇ ਆਈ ਮੈਂ ਪਹਿਲਾਂ ਹੀ ਇਹ ਕੰਮ ਇਹ ਰੱਖਿਆ ਵੀ ਹਰ ਪਿੰਡ ਦੇ ਵਿੱਚ ਮੈਂ ਕਿਹਾ ਵੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਅਨਾਊਂਸਮੈਂਟ ਕਰਾਓ ਵੀ ਨਸ਼ੇ ਵਾਲਾ ਦੂਜੇ ਤੀਜੇ ਵਾਲੇ ਦਾ ਕਿਸੇ ਨੇ ਸਿਫਾਰਿਸ਼ ਨਹੀਂ ਕਰਨੀ। ਮੈਨੂੰ ਇਹ ਚੀਜ਼ ਨਹੀਂ ਵੀ ਅਸੀਂ ਜਿਹੜੀ ਆ ਵੀ ਸਾਡਾ ਇਹ ਮੁੰਡਾ ਵੇਚਣ ਡਿਆ ਜਾਂ ਕੁਛ ਕਰਨ ਡਿਆ ਤੈਨੂੰ ਬਚਾਓ ਜਾਂ ਇਹਨੂੰ, ਮੈਂ ਕਿਹਾ ਅਸੀਂ ਟੈਲੀਫੋਨ ਹੀ ਨਹੀਂ ਕਰਨਾ ਤੇ ਨਾ ਹੀ ਕੋਈ ਕਾਂਗਰਸ ਦਾ ਸਾਡਾ ਵਰਕਰ ਜਿਹੜਾ ਵਾ ਉਹ ਇਹਨੂੰ ਟੈਲੀਫੋਨ ਕਰੂਗਾ। ਔਰ ਇਹਨਾਂ ਸੜਕਾਂ ਨਾਲੀਆਂ ਤੋਂ ਬਗੈਰ ਹੋਰ ਤੁਸੀਂ ਕਹਿੰਦੇ ਜੇ ਵੀ ਕੀ ਕੀਤਾ। ਹੁਣ ਇੱਥੇ ਆਹ ਏਰੀਆ ਜਿਹੜਾ ਇੱਥੇ ਕੋਈ ਸੋਚ ਸਕਦਾ ਸੀ ਵੀ ਕਦੀ ਨਸ਼ੇ ਦਾ ਜਿਹੜਾ 6ਵਾਂ ਦਰਿਆ ਵਗਦਾ ਵਾ ਜਾਂ ਇੰਨੀ ਗੁੰਡਾਗਰਦੀ ਜਾਂ ਇੰਨੀ ਦਹਿਸ਼ਤ ਦਾ ਇੱਥੇ ਮਾਹੌਲ ਸੀ ਵੀ ਇੱਥੋਂ ਕੋਈ ਬਾਹਰ ਨਿਕਲ ਸਕਦਾ? ਨਸ਼ਾ ਤਾਂ ਕਹਿੰਦੇ ਹਲੇ ਵੀ ਬਹੁਤ ਜ਼ਿਆਦਾ ਇੱਧਰ। ਹਾਂ ਮੈਂ ਉੱਥੇ ਆ ਰਿਹਾ, ਪਰ ਸਾਰੇ ਜਣੇ ਇਸੇ ਚੀਜ਼ 'ਚ ਲੱਗੇ ਨਾ ਨਸ਼ਾ ਹੈਗਾ ਉਹ ਖਤਮ ਕਰਨ ਲਈ ਤਾਂ ਗੱਲ ਕਰੇ, ਖਤਮ ਕਿੱਦਾਂ ਕਰਨਾ ਜਾਂ ਉਹਨੂੰ ਉਹ ਤੋਂ ਦੂਜਾ ਕੋਈ ਆਪਸ਼ਨ ਵੀ ਤਾਂ ਵਿਖਾਵੇ। ਅਸੀਂ 12-13 ਪਿੰਡ ਅੱਗੇ ਹੀ ਆਉਣਾ ਇੱਥੇ ਦਾਊਦਪੁਰਾ ਡੱਬੀਪੁਰਾ ਇਸੇ ਰੋਡ ਦੇ ਉੱਤੇ 13-14 ਪਿੰਡ ਜਿਹੜੇ ਅਸੀਂ ਨਸ਼ਾ ਮੁਕਤ ਕਰਵਾਏ ਪੰਜਾਬ ਦੇ ਵਿੱਚ, ਪਹਿਲਾ ਮੈਂ ਇਹ ਸਟੈਪ ਚੱਕਿਆ ਸੀ। ਸੋ ਇਹ ਗਲੀਆਂ ਨਾਲੀਆਂ ਦੂਜੀਆਂ ਚੀਜ਼ਾਂ ਤੋਂ ਬਗੈਰ ਜਿਹੜਾ ਵਾ ਅਸੀਂ ਇਹ ਕੰਮ ਕੀਤਾ ਔਰ ਜਿਹਦਾ ਤੁਸੀਂ ਸਮਝ ਲਓ ਵੀ ਇੱਕ ਲੋਕਾਂ ਨੂੰ ਇੱਕ ਬੜਾ ਉਤਸ਼ਾਹ ਇੱਕ ਬੜਾ ਜੋਸ਼ ਇਸ ਚੀਜ਼ ਨੂੰ ਸਾਨੂੰ ਮਿਲਿਆ ਵੀ ਯਾਰ ਅਸੀਂ ਇਹ ਤੋਂ ਬਾਹਰ ਵੀ ਨਿਕਲ ਸਕਦੇ ਹਾਂ ਵੀ ਨਹੀਂ ਤਾਂ ਹਮੇਸ਼ਾ ਹੀ ਵੀ ਨਸ਼ਾ ਇੱਕ ਉਹ ਨਰੇਟਿਵ ਇੱਕ ਸਾਈਕੀ ਇੱਕ ਇਹੋ ਜਿਹੀ ਬਿਲਡ ਹੋ ਜਾਂਦੀ ਵੀ ਯਾਰ ਇਹ ਨਸ਼ਾ ਹੀ ਆ ਵੀ ਹੋਰ ਕੋਈ ਦੂਜਾ ਕੋਈ ਗੱਲ ਹੀ ਕੋਈ ਨਹੀਂ ਕਰਦਾ। ਤਰਨਤਾਰਨ 'ਚ ਬਾਕੀ ਜ਼ਿਲ੍ਹਿਆਂ ਨਾਲ ਉਹ ਕਿਤੇ ਵੱਧ ਕ੍ਰਾਈਮ ਮੰਨਿਆ ਜਾਂਦਾ, ਉਹ ਕਿਉਂ? ਦੇਖੋ ਇਹ ਕੋਈ ਅੱਜ ਦੀ ਤਾਂ ਗੱਲ ਹੈ ਨਹੀਂ, ਇਹ ਥੋੜ੍ਹੇ ਜਿਹੇ ਬੰਦੇ ਥੋੜ੍ਹੇ ਜਜ਼ਬਾਤੀ ਜਿਹੇ ਹੋ ਜਾਂਦੇ ਕਈ ਵਾਰੀ, ਥੋੜ੍ਹਾ ਇਹਨਾਂ ਨੂੰ
ਜਿਵੇਂ ਪੁਰਾਣੇ ਟਾਈਮ ਤੋਂ, ਜਿਵੇਂ ਤੁਸੀਂ ਕਹਿ ਲਓ ਜੀਨਸ ਦੇ ਵਿੱਚ ਇਹੋ ਜਿਹਾ ਸਿਸਟਮ ਹੈ ਜਾਂ ਕੋਈ, ਕਿਉਂਕਿ ਬਾਰਡਰ ਦਾ ਰਿਹਾ ਏਰੀਆ, ਚਾਹੇ ਉਹ ਅੰਗਰੇਜ਼ਾਂ ਨਾਲ ਲੜਾਈਆਂ ਲੜਨੀਆਂ ਸੀ ਉਦੋਂ ਵੀ ਥੋੜ੍ਹੇ ਲੜਦੇ ਲੁੱਟਦੇ ਰਹਿੰਦੇ, ਜਾਂ ਉਸ ਤੋਂ ਪਹਿਲਾਂ ਜਦੋਂ ਅਬਦਾਲੀ ਏਰੀ ਜਾਂ ਬਾਬਰ ਜੋ ਕੁਝ ਵੀ ਆਉਂਦਾ ਰਿਹਾ ਸਾਰਾ ਇਸ ਬੈਲਟ 'ਚੋਂ, ਕਿਉਂਕਿ ਉੱਪਰ ਜੰਮੂ ਕਸ਼ਮੀਰ ਦੇ ਆ ਹੀ ਇੱਕ ਪਾਰਟ ਸੀਗਾ ਜਿੱਥੋਂ ਜਿਹੜਾ ਵਿਕਵਾਉਂਦਾ ਸੀਗਾ, ਇੱਧਰੋਂ ਨਿਕਲ ਗਈ ਅੱਗੇ ਦਿੱਲੀ ਨੂੰ ਜਾਂਦੇ ਸੀ। ਕਹਿਣਾ ਚਾਹੁੰਦੇ ਹੋ ਇੱਧਰ ਦਾ ਖੂਨ ਤੱਤਾ? ਥੋੜਾ ਜਿਹਾ ਹੈਗਾ, ਥੋੜਾ ਦਿੱਤਾ ਨਹੀਂ, ਬਹੁਤ ਦਿੱਤਾ ਬਹੁਤ ਜ਼ਿਆਦਾ ਦਿੱਤਾ। ਕਹਿੰਦੇ ਇੱਧਰ ਆਰਮਸ ਵੀ ਜਿਹੜੀਆਂ ਹੈਗੀਆਂ ਨਾਜਾਇਜ਼ ਰੱਖਦੇ ਆ। ਨਹੀਂ ਰੱਖਦੇ ਤੇ ਚਲੋ, ਰੱਖਦੇ ਤੇ ਸਾਰੇ ਹੀ ਆ, ਮਤਲਬ ਚਲਾਉਣ ਲੱਗੇ ਇੱਕ ਮਿੰਟ ਨਹੀਂ ਲਾਉਂਦੇ, ਸੋ ਉਹ ਜ਼ਿਆਦਾ ਖਤਰਨਾਕ ਆ। ਸੋ ਜਿਵੇਂ ਜਿਵੇਂ ਜਨਰੇਸ਼ਨਸ ਚੇਂਜ ਹੋ ਰਹੀਆਂ ਵਾ, ਥੋੜਾ ਐਜੂਕੇਟ ਹੋ ਰਿਹਾ ਸਿਸਟਮ ਜਾਂ ਕੁਝ ਹੋ ਰਿਹਾ, ਸ਼ਾਇਦ ਥੋੜਾ ਟਾਈਮ ਦੇ ਨਾਲ ਚੇਂਜ ਥੋੜਾ ਆਵੇ, ਪਰ ਹਥਿਆਰ ਰੱਖਣਾ ਜਾਂ ਸਾਰਾ ਕੁਝ ਇੱਕ ਜਿਵੇਂ ਸ਼ੌਕ, ਇੱਕ ਜਿਵੇਂ ਹਰ ਕੋਈ ਸਮਝਦਾ ਨਾ ਵੀ ਜਿਵੇਂ ਖਾਣਾ ਪੀਣਾ ਸਾਰਾ ਕੁਝ ਜ਼ਰੂਰੀ ਹੈ, ਐਵੇਂ ਹਥਿਆਰ ਬੰਦੂਕ ਜਿਹੜੀ ਉਹ ਵੀ ਰੱਖਣੇ ਜ਼ਰੂਰੀ, ਕਿਉਂਕਿ ਇੱਕ ਮਾਈਂਡ ਇੱਕ ਜਿਵੇਂ ਸੈੱਟ ਹੋਇਆ ਵੀ ਯਾਰ ਬਾਰਡਰ ਦਾ ਪਤਾ ਨਹੀਂ ਕਿਹੜੇ ਲੜਾਈ ਲੱਗ ਜਾਣੀ ਆ ਜਾਂ ਕੀ ਹੋ ਜਾਣਾ ਜਾਂ ਕਿਸ ਤਰੀਕੇ ਨਾਲ, ਕਿਉਂਕਿ ਤੁਸੀਂ ਵੇਖੋ 65 ਦੀ ਇੱਥੇ ਲੜਾਈ ਲੱਗੀ, 71 ਦੀ ਇੱਥੇ ਲੱਗੀ, ਕਾਰਗਿਲ ਦੀ ਇੱਥੇ ਹੋਈ, ਕੋਈ ਵੀ ਕਿਤੇ ਵੀ ਹਿੰਦੁਸਤਾਨ 'ਚ ਇੰਟਰਨੈਸ਼ਨਲ ਬਾਰਡਰ 'ਤੇ ਕੋਈ ਟੈਨਸ਼ਨ ਹੁੰਦੀ ਤਾਂ ਸਭ ਤੋਂ ਪਹਿਲਾਂ ਆਹ ਏਰੀਆ ਜਿਹੜਾ ਖੇਮਕਰਨ ਸੈਕਟਰ ਆ, ਇਹ ਜਿਹੜਾ ਵਾ ਇਹਨੂੰ ਇੰਡੀਅਨ ਆਰਮੀ ਵੱਲੋਂ ਇਹਨੂੰ ਸਭ ਤੋਂ ਪਹਿਲਾਂ ਅੱਗੇ ਵੱਧ ਕੇ ਇਹਨੂੰ ਉਹ ਕੀਤਾ ਜਾਂਦਾ, ਕਿਉਂਕਿ ਇੱਧਰੋਂ ਕੋਈ ਹਮਲਾ ਨਾ ਕਰੇ ਉਹ ਪਾਕਿਸਤਾਨ, ਜੋ ਉਹਨਾਂ ਨੇ ਸ਼ੁਰੂ ਤੋਂ ਉਹ ਕਰਦੇ ਰਹੇ ਇੱਥੇ। ਪੀਐਸਐਫ ਨੇ ਆਪਣਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਦਾ, ਤੁਹਾਨੂੰ ਕੀ ਲੱਗਦਾ ਇਹਦਾ ਕੋਈ ਫਾਇਦਾ ਜਾਂ ਨੁਕਸਾਨ? ਲੋਕਾਂ ਨੂੰ ਤੰਗ ਕਰਦੇ, ਲੋਕ ਕੀ ਕਹਿੰਦੇ ਆ, ਤੁਹਾਨੂੰ ਕੀ ਲੱਗਦਾ? ਦੇਖੋ ਇਹ ਸਾਰੀਆਂ ਚਾਲਾਂ ਮੋਦੀ ਸਾਹਿਬ ਦੀਆਂ ਤੇ ਅਮਿਤ ਸ਼ਾਹ ਜੀ ਦੀਆਂ, ਵੀ ਕਿਸੇ ਨਾ ਕਿਸੇ ਤਰੀਕੇ ਵੀ, ਕਿਉਂਕਿ ਪੰਜਾਬ 'ਚੋਂ ਸੀਟਾਂ ਨਹੀਂ ਮਿਲੀਆਂ ਉਹਨਾਂ ਨੂੰ। ਪਰ ਕੈਪਟਨ ਸਾਹਿਬ ਨੇ ਇਸ ਚੀਜ਼ ਦਾ ਸਵਾਗਤ ਕੀਤਾ ਸੀ, ਬਾਕੀਆਂ ਨੇ ਭਾਵੇਂ ਵਿਰੋਧ ਕੀਤਾ, ਕੈਪਟਨ ਸਰਕਾਰ ਵੇਲੇ ਉਦੋਂ ਕੈਪਟਨ ਸਾਹਿਬ ਕਹਿ ਰਹੇ ਸੀ ਆਹ ਚੀਜ਼ ਚੰਗੀ ਹੈ। ਸੋ ਉਹ ਤੁਹਾਨੂੰ ਵੀ ਪਤਾ ਕਿਉਂ ਕਹਿ ਰਹੇ ਚੰਗੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਮੈਂ ਇਹ 4.5 ਸਾਲ ਦੀ ਕੀ ਮੇਰੀ ਕਾਰਗੁਜ਼ਾਰੀ ਰਹੀ, ਔਰ ਉਹਨਾਂ ਨੂੰ ਦਿਖ ਰਿਹਾ ਸੀਗਾ ਵੀ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਇਹਨਾਂ ਨਾਲ ਹੱਥ ਰਲਾਉਣੇ ਆ, ਮੈਂ ਇਹਨਾਂ ਨਾਲ ਸ਼ਾਮਿਲ ਹੋਣਾ ਵਾ ਜਾਂ ਇਹਨਾਂ ਨਾਲ ਇਹ ਸਾਰਾ ਸਿਸਟਮ ਸੈੱਟ ਕਰਨਾ, ਤੇ ਉਹ ਕਿਉਂ ਇਸ ਲਈ ਉਹ ਥੋੜ੍ਹੇ ਜਿਹੇ ਉਹਨਾਂ ਲਈ ਉਹ ਸੀਗੇ, ਕੀ ਕਹਿੰਦੇ ਸੌਫਟ ਕਾਰਨਰ ਸੀ, ਔਰ ਉਹ ਸਾਰਾ ਕੁਝ ਸੀ। ਚੰਨੀ ਸਰਕਾਰ ਦੇ 111 ਦਿਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਚੰਨੀ ਸਰਕਾਰ ਤੇ ਚੰਗੀ ਸਰਕਾਰ, ਹਰ ਬੰਦਾ ਇਹ ਕਹਿ ਰਿਹਾ ਵੀ 111 ਦਿਨਾਂ ਦੇ ਵਿੱਚ ਉਹ ਸਾਨੂੰ ਸਵਾਦ ਆ ਗਿਆ, ਉਹ ਸਾਡਾ ਕੰਮ ਹੋ ਗਿਆ ਵੀ ਜਿਹੜਾ ਪਿਛਲੇ ਸਾਢੇ 4 ਸਾਲਾਂ ਦੇ ਵਿੱਚ ਨਹੀਂ ਹੋਏ। ਸੋ ਉਸ ਚੀਜ਼ ਦਾ ਆਧਾਰ ਔਰ ਉਸ ਜਿਹੜੀ ਉਸ 111 ਦਿਨਾਂ ਦੀ ਜਿਹੜੀ ਵਰਕਿੰਗ ਆ ਉਹਨੂੰ ਹੀ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ। ਇਕੱਲੇ ਬਿਜਲੀ ਦੇ ਜੇ ਆਪਾਂ ਬਿੱਲਾਂ ਦੀ ਗੱਲ ਕਰੀਏ ਤਾਂ 42 ਕਰੋੜ ਰੁਪਈਆ ਸਾਡੇ ਹਲਕੇ ਦਾ ਉਹ ਮਾਫ ਹੋਇਆ, 42 ਕਰੋੜ ਰੁਪਈਆ। ਔਰ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਇਹ ਬਿਜਲੀ ਦੀ ਗੱਲ ਸ਼ੁਰੂ ਹੋਈ, ਕਿਉਂਕਿ ਉਦੋਂ ਸੈਸ਼ਨ ਸੀਗਾ, ਅਖੀਰਲਾ ਆਲਮੋਸਟ ਸੈਸ਼ਨ ਸੀ, ਔਰ ਮੇਰਾ ਸਵਾਲ ਲੱਗਾ ਹੋਇਆ ਸੀ, ਪਰ ਉਹ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੋ ਗਿਆ, ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਔਰ ਮੇਰਾ ਇਹੀ ਕੁਐਸਚਨ ਸੀ ਵੀ ਇਹ ਜਿਹੜੇ ਇੰਨੇ ਬਿੱਲ ਪੈਂਡਿੰਗ ਬਿੱਲ ਜਿਹੜੇ ਖੜੇ, ਇਹ ਨਾ ਕਿਸੇ ਨੇ ਦੇਣੇ ਤਾਂ ਨਾ ਕੋਈ ਦੇ ਸਕਦਾ। ਕਿਸੇ ਦੀ ਅੱਧਾ ਕਿੱਲਾ, ਕੋਈ ਰਿਕਸ਼ੇ ਵਾਲਾ, ਕੋਈ ਵਿਚਾਰਾ ਕੋਈ ਰੇਹੜੀ ਲਾਉਂਦਾ, ਕੋਈ ਸਬਜ਼ੀ ਵੇਚਦਾ, ਜਾਂ ਕੋਈ ਛੋਟੇ ਮੋਟੇ ਕਾਰੋਬਾਰ, ਜਾਂ ਕੋਈ ਬਹੁਤ ਛੋਟੇ ਜਿਹੜੇ ਜ਼ਿਮੀਂਦਾਰ ਜਿਨ੍ਹਾਂ ਦੀ ਫਾਈਨੈਂਸ਼ੀਅਲ ਹਾਲਤ ਬੜੀ ਮਾੜੀ ਰਹੀ ਆ, ਔਰ ਇਸ ਕਰੋਨਾ ਦੀ ਮਹਾਂਮਾਰੀ ਕਰਕੇ ਉਹਨਾਂ ਨੂੰ ਬੜਾ ਨੁਕਸਾਨ ਹੋਇਆ। ਔਰ ਇੰਨੇ ਬਿੱਲ ਜਿਹੜੇ ਤੁਸੀਂ ਲਾਏ ਪਏ ਆ, ਇਹ ਇੱਕ ਬਗੈਰ ਤੋਂ ਇੱਕ ਲੋਕਾਂ ਦੇ ਉੱਤੇ ਸਿਰ ਦੇ ਉੱਤੇ ਕਿਰਪਾਨ ਲੱਗੀ ਆ, ਮੀਟਰ ਉਹਨਾਂ ਦੇ ਲੱਗਣ ਨਹੀਂ ਡਏ, ਬੱਤੀ ਉਹ ਕੋਈ ਚੋਰੀ ਕਰਦਾ, ਕੋਈ ਕੁਛ ਕਰਦਾ, ਔਰ ਲੱਖ ਗਾਲਾਂ ਜਿਹੜੀਆਂ ਉਹ ਸਰਕਾਰ ਨੂੰ ਕੱਢਦੀਆਂ, ਤੇ ਇਹਦੇ ਉੱਤੇ ਇੱਕ ਵਾਰੀ ਆਪਾਂ ਲੀਕ ਮਾਰੀਏ। ਸੋ ਉਹ ਵੀ ਥੱਲਿਓਂ ਉੱਠੇ ਸੀ ਚੰਨੀ ਸਾਹਿਬ ਵੀ, ਉਹਨਾਂ ਨੂੰ ਗਰਾਊਂਡ ਹਕੀਕਤ ਜਿਹੜੀਆਂ ਸਾਡੇ ਹਲਕੇ ਜਾਂ ਉਹਨਾਂ ਦੇ ਹਲਕੇ 'ਚ ਵੀ ਉੱਠ ਗਿਆ। ਸੋ ਉਹਨਾਂ ਨੂੰ ਪਤਾ ਸੀ ਇਹਨਾਂ ਦਾ ਗੱਲ ਦਾ, ਸੋ ਉਹਨਾਂ ਨੇ ਆਉਂਦੇ ਹੀ 1 ਮਿੰਟ ਲਾ ਕੇ ਕੈਬਨਿਟ ਦਾ ਪਹਿਲਾ ਜਿਹੜਾ ਫੈਸਲਾ ਸੀ ਉਹ ਇਹ ਕੀਤਾ ਵੀ ਬਿਜਲੀ ਦੇ ਬਿੱਲ ਜਿਹੜੇ ਆ ਉਹ ਮਾਫ ਜਿਹਦੇ ਕਰਕੇ, ਔਰ ਲੋਕਾਂ ਨੂੰ ਹਮੇਸ਼ਾ ਲਈ ਇੱਥੋਂ ਰਾਹਤ ਦਵਾਈ, ਔਰ ਉਤੋਂ ਗਾਂ ਬਿਜਲੀ ਦੇ ਬਿੱਲਾਂ ਦਾ ਰੇਟ ਵੀ ਘਟਾਤਾ, 3-3 ਰੁਪਏ ਉਹ ਵੀ ਥੱਲੇ ਆ ਗਏ। ਇਹ ਲੋਕ ਵੀ ਬੋਲ ਰਹੇ ਆ ਕਿ ਤੁਸੀਂ ਬੋਲ ਰਹੇ ਹੋ? ਨਹੀਂ ਲੋਕ ਬੋਲਦੇ, ਲੋਕ ਬੋਲਣਗੇ, ਔਰ ਲੋਕ ਇਸ ਚੀਜ਼ ਨੂੰ ਲੈ ਕੇ, ਇਸ ਮੁੱਦੇ ਨੂੰ ਲੈ ਕੇ ਵੋਟਾਂ ਵੀ ਪਾਉਣਗੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਕੋਈ ਇਹੋ ਜਿਹਾ ਕੋਈ ਲੋਟੂ ਟੋਲਾ ਜਾਂ ਉਹ ਕਿਹੜੇ ਆ ਕਾਲੇ ਅੰਗਰੇਜ਼ ਆ ਗਏ, ਤੇ ਉਹ ਬਾਅਦ ਚੋਂ ਲੱਭਣੇ ਨਹੀਂਗੇ ਕੋਈ। ਇੱਥੇ ਸਾਡੇ ਇੱਕ ਪਿਛਲੀ ਵਾਰੀ ਕੈਂਡੀਡੇਟ ਆ ਗਈ, ਚਲੋ ਹਰ ਕੋਈ ਕਿਸੇ ਦੀ ਇਮੋਸ਼ਨਸ ਦੇ ਜਾਂ ਕਿਸੇ ਦੇ ਉਹਦੇ ਨਹੀਂ ਉਲਟ ਗੱਲ ਕਰਦਾ, ਪਰ 22-24 ਹਜ਼ਾਰ ਵੋਟ MP ਇਲੈਕਸ਼ਨ ਦੇ ਵਿੱਚ ਉਹ ਬੀਬੀ ਖਾਲੜਾ ਜੀ ਆ ਸਾਡੇ ਇੱਥੋਂ, ਉਹ ਉਹਨਾਂ ਨੂੰ ਪਈ, ਤੇ ਉਹ ਜਿਹੜੇ ਲੋਕਾਂ ਨੇ ਪਾਈ ਚਲੋ ਜਜ਼ਬਾਤੀ ਹੋ ਕੇ ਪਾਤੀ ਹੈ, ਪਰ ਬਾਅਦ ਚੋਂ ਕਿਹਨੂੰ ਲੱਭੋਗੇ ਤੁਸੀਂ ਮੈਨੂੰ ਦੱਸੋ? ਕੋਈ ਦੁੱਖ ਸੁੱਖ ਦੀ ਘੜੀ 'ਚ ਕਿਹਦੇ ਕੋਲ ਜਾਓਗੇ? ਕੋਈ ਘਰੇ ਕੋਈ ਜਾਂ ਕਿਸੇ ਦਾ ਕੋਈ ਨਿੱਜੀ ਕੰਮ ਹੈ ਜਾਂ ਕੋਈ ਹੋਰ ਗੱਲਬਾਤ ਆ, ਉਹ ਫਿਰ ਕਿਹਨੂੰ ਬਾਅਦ ਚੋਂ ਕਰੋਗੇ? ਫਿਰ ਬਾਅਦ ਚੋਂ ਕਿਉਂ ਪਛਤਾਉਣਾ ਵੀ ਜਦੋਂ ਕੀ ਕਹਿੰਦੇ ਆ ਵੀ ਜਬ ਚਿੜੀਆ ਚੌਗੀ ਖੇਤ, ਅਬ ਕਿਉਂ ਪਛਤਾਇਆ ਜਬ ਚਿੜੀਆ ਚੌਗੀ ਖੇਤ, ਤਾਂ ਵੋਟਾਂ ਤੇ ਘੇਰੀ ਪੈਣੀਆਂ। ਸੋ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ। ਦਿੱਲੀ ਦੀਆਂ ਹਾਲਾਤ ਦਿੱਲੀ ਦੇ ਨਾਲ ਆ, ਇੱਥੇ ਹਾਲਾਤ ਹੋਰ ਤਰ੍ਹਾਂ ਦੇ ਆ, ਆਪਾਂ ਇਹਨਾਂ ਚੀਜ਼ਾਂ ਨੂੰ ਕੰਪੈਰੀਜ਼ਨ ਨਹੀਂ ਕਰ ਸਕਦੇ। ਪਰ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਪੈਂਤਰਾ ਖੇਡਿਆ, ਆਪਦਾ ਚਿਹਰਾ ਭਗਵੰਤ ਮਾਨ ਨੂੰ ਬਣਾ ਕੇ ਅੱਗੇ ਵੱਧ ਗਿਆ।
ਪਰ ਹਾਲੇ ਕਾਂਗਰਸ ਦਾ ਕੋਈ ਲਾੜਾ ਹੀ ਨਹੀਂ ਲੱਭ ਰਿਹਾ। ਦੇਖੋ ਭਗਵੰਤ ਮਾਨ ਜਿਹੜਾ ਉਹਨਾਂ ਨੇ ਚਿਹਰਾ ਚੁਣਿਆ, ਤੇ ਜੇ ਉਹਨੂੰ ਮੁੱਖ ਮੰਤਰੀ ਬਣ ਕੇ ਔਰ ਪੰਜਾਬ ਦੀ ਵਾਗਡੋਰ ਸੰਭੂਗਾ ਤੇ ਫਿਰ ਤੇ ਰੱਬ ਹੀ ਰੱਖਾ ਪੰਜਾਬ ਦਾ, ਫਿਰ ਕੀ ਹੋਊਗਾ ਮੈਨੂੰ ਦੱਸੋ। ਸੋ ਮੈਂ ਨਹੀਂ ਚਾਹੁੰਦਾ ਵੀ ਹਾਂ ਕੋਈ ਚੰਗਾ, ਕੋਈ ਪੜ੍ਹਿਆ ਲਿਖਿਆ, ਕੋਈ ਸੂਝਵਾਨ ਕੋਈ ਬੰਦਾ ਹੋਵੇ ਜਿਹਨੂੰ ਕਿਸੇ ਨਾ ਕਿਸੇ ਚੀਜ਼ ਦਾ ਕੋਈ ਪਤਾ ਹੋਵੇ, ਕੋਈ ਗੱਲਬਾਤ। ਰੋਜ਼ ਇਹੋ ਜਿਹੀਆਂ ਵੀਡੀਓਜ਼ ਆਪਾਂ ਦੇਖਦੇ ਹਾਂ ਵੀ ਨਸ਼ੇ ਦੀ ਹਾਲਤ ਦੇ ਵਿੱਚ ਇਹ ਉਹ ਗੱਲਾਂ ਕਿ ਚਲੋ ਉਹਨਾਂ ਨੇ ਲਾਉਂਦੇ ਆਪਦਾ ਉਮੀਦਵਾਰ, ਉਹਨਾਂ ਨੂੰ ਮੁਬਾਰਕਬਾਦ ਉਸ ਚੀਜ਼ ਦੀ, ਪਰ ਇਹੋ ਜਿਹਾ ਬੰਦਾ ਜਿਹੜਾ ਜੇ ਨੁਮਾਇੰਦਗੀ ਕਰੂਗਾ ਪੰਜਾਬ ਦਾ, ਤੇ ਪੰਜਾਬ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਿਲਕੁਲ ਹੀ ਖਤਮ ਹੋ ਜਾਊ। ਪਰ ਕਾਂਗਰਸ ਵੀ ਕਿਤੇ ਨਾ ਕਿਤੇ ਡਾਵਾਂਡੋਲ ਹੋਈ ਪਈ ਹੈ, ਕਿਧਰੇ ਰਾਣਾ ਵਰਸਸ ਸਿੱਧੂ, ਰਾਣਾ ਵਰਸਸ ਚੀਮਾ, ਕਦੇ ਬਿੱਟੂ ਵਰਸਸ ਸਿੱਧੂ। ਕਾਂਗਰਸ ਦਾ ਨੁਕਸਾਨ ਨਹੀਂ ਹੋ ਰਿਹਾ ਇਹਨਾਂ ਚੀਜ਼ਾਂ 'ਚ? ਦੇਖੋ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਤੇ ਸਾਰਾ ਕੁਝ ਚੱਲਣਾ ਹੀ ਤੇ ਚੱਲਣਾ। ਲੋਕ ਕੀ ਸੋਚ ਕੇ ਵੋਟ ਪਾਉਣ ਜਦੋਂ ਕਾਂਗਰਸ ਆਪ ਹੀ ਨਹੀਂ ਇੰਟੈਕਟ? ਲੋਕਾਂ ਨੂੰ ਕਿਵੇਂ ਸਾਂਭਣਗੇ? ਦੇਖੋ ਜੀ ਇਹ ਤੇ ਇਸੇ ਨੂੰ ਤੇ ਸਿਆਸਤ ਕਹਿੰਦੇ ਹੀ, ਤੇ ਦਿਸ ਇਜ਼ ਆਲ ਅਬਾਊਟ ਵਾਟ ਇਜ਼ ਪੋਲਿਟਿਕਸ। ਚਾਹੇ ਕੋਈ ਵੀ ਪਾਰਟੀ ਹੈ, ਚਾਹੇ ਪੰਜਾਬ ਦੀ ਹੈ, ਚਾਹੇ ਹਿੰਦੁਸਤਾਨ ਦੀ ਹੈ, ਚਾਹੇ ਦੁਨੀਆ ਦੀ ਹੈ, ਇਹ ਤੇ ਹਰ ਥਾਂ ਤੇ ਇਹੋ ਕੁਝ ਚੱਲ ਰਿਹਾ। ਔਰ ਇਹ ਵੀ ਨਹੀਂ ਮੈਂ ਕਹਿ ਰਿਹਾ ਵੀ ਇਹਨੂੰ ਇਹ ਵੀ ਠੀਕ ਚੱਲ ਰਿਹਾ, ਇਹ ਆਪਸੀ ਲੜਾਈ ਜਾਂ ਇਹ ਕੁਛ ਇਹ ਤੇ ਘਰਾਂ 'ਚੋਂ ਨਹੀਂ ਮੁੱਕਦਾ, ਤੇ ਇੱਥੋਂ ਕਿੱਥੋਂ ਮੁੱਕੂਗਾ। ਸੋ ਇਹ ਤਾਂ ਚੱਲਦਾ ਹੀ ਰਹਿਣਾ ਜੀ। ਇਹ ਜੇ ਮੈਂ ਕਹਦਾ ਵੀ ਇਹ ਕਾਂਗਰਸ 'ਚ ਬਿਲਕੁਲ ਖਤਮ ਹੋ ਜਾਊਗਾ, ਨਹੀਂ ਹੋ ਸਕਦਾ। ਅਕਾਲੀਆਂ 'ਚ ਖਤਮ ਹੋ ਜੂ, ਨਹੀਂ ਹੋ ਸਕਦਾ, ਇੱਦਾਂ ਹੀ ਚੱਲਦਾ ਰਹਿਣਾ। ਸੋ ਉਹਦੇ ਵਿੱਚ ਜਿਹੜਾ ਲੋਕਾਂ ਨੂੰ ਜੋ ਚੰਗਾ ਲੱਗਦਾ ਵਾ ਜਾਂ ਕੀ ਆ, ਉਹ ਲੋਕੀ ਆਪਦਾ ਫੈਸਲਾ ਲੈਣਗੇ। ਜਿਵੇਂ ਲੋਕਾਂ ਨੇ ਸਰਕਾਰ ਤਾਂ ਪੂਰੇ 5 ਸਾਲਾਂ ਲਈ ਚੁਣੀ ਸੀ, ਹਿਸਾਬ ਮਿਲ ਰਿਹਾ ਸਿਰਫ 111 ਦਿਨਾਂ ਦਾ, ਤੇ ਇਹਦੇ 'ਚ ਲੋਕਾਂ ਦਾ ਕੀ ਕਸੂਰ? ਆਹੋ ਹੀ ਗੱਲ ਹੈ ਨਾ, ਉਹ ਕਸੂਰ ਤੇ ਹੁਣ ਸਾਡਾ ਹੀ ਹੈ ਜਿਹੜਾ ਅਸੀਂ ਉਦੋਂ, ਕਿਉਂਕਿ ਲੋਕਾਂ ਦਾ ਮਨ ਬਣਿਆ ਸੀ 2017 'ਚ ਵੀ ਕੈਪਟਨ ਨੂੰ ਲਿਆਓ ਤੇ ਪੰਜਾਬ ਬਚਾਓ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਗਲਤੀ ਸੀ ਉਹ? ਨਹੀਂ ਉਸ ਟਾਈਮ ਤੇ ਠੀਕ ਸੀ, ਪਰ ਬਣਨ ਤੋਂ ਬਾਅਦ, ਹੋਣ ਤੋਂ ਬਾਅਦ ਗਲਤੀ ਮਹਿਸੂਸ ਹੋਈ। ਔਰ ਜਦੋਂ ਗਲਤੀ ਮਹਿਸੂਸ ਹੋਣੀ ਸ਼ੁਰੂ ਹੋਈ, ਫਿਰ ਕਿਸੇ ਨੇ ਮਿੰਟ ਨਹੀਂ ਲਾਇਆ, ਫਿਰ ਉੱਥੇ ਹੀ ਉਹਨੂੰ ਜੋ ਉਹਦੀ ਬੈਸਟ ਆਪਸ਼ਨ ਸੀਗੀ ਉਹ ਹਾਈ ਕਮਾਂਡ 'ਚ ਧਿਆਨ 'ਚ ਲਿਆਂਦੀ। ਔਰ ਉਹ ਹਾਈ ਕਮਾਂਡ ਨੇ ਉਹ ਕਈਆਂ ਚੀਜ਼ਾਂ ਦਾ ਕਾਂਗਰਸ ਦੇ ਵਿੱਚ ਖਾਸ ਤੌਰ ਤੇ, ਬਾਕੀ ਤੇ ਚਲੋ ਹੁਣ ਜੇ ਤੁਸੀਂ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤੇ ਉਹ ਕੋਈ ਚੰਗਾ ਵਾ ਮਾੜਾ ਵਾ ਵਾਧਿਆ ਘਾਟਾ, ਪਤਾ ਹੀ ਆ ਵੀ ਉਹ ਬਾਦਲ ਪਰਿਵਾਰ ਨੇ ਹੀ ਮੁੱਖ ਮੰਤਰੀ ਬਣਨਾ, ਪਹਿਲੋਂ ਵੱਡੇ ਬਾਦਲ ਸਾਹਿਬ ਬਣਦੇ ਰਹੇ ਆ, ਹੁਣ ਜੇ ਮੌਕਾ ਲੱਗਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਣਨਾ ਵਾ, ਕੱਲ੍ਹ ਨੂੰ ਜੇ ਕੋਈ ਹੋਰ ਕੁਝ ਹੁੰਦਾ ਤੇ ਉਹਦਾ ਮੁੰਡਾ ਤਿਆਰ ਹੋ ਜਾਊਗਾ। ਸੋ ਉਹ ਤੇ ਉਹਨਾਂ ਦੀ ਇੱਕ ਫੈਮਿਲੀ ਦਾ ਉਹ ਹੈਗਾ। ਸੋ ਇੱਥੇ ਤੇ ਕਾਂਗਰਸ ਦੀ ਆਪਦੀ ਆ, ਬਾਕੀਆਂ ਦੀ ਆਪਦੀ ਆ ਸਾਰੀ। ਜੇ ਕਾਂਗਰਸ ਆਉਂਦੀ ਹੈ ਮੁੜ, ਤੁਸੀਂ ਕਿਹਨੂੰ ਚਾਹੁੰਦੇ ਹੋ ਮੁੱਖ ਮੰਤਰੀ? ਚੰਨੀ ਸਰਕਾਰ, ਸਿੱਧੂ ਸਰਕਾਰ, ਜਾਂ ਕਿਹੜੀ ਸਰਕਾਰ? ਦੇਖੋ ਇਹ ਜਿਹੜਾ ਤੁਹਾਡਾ ਕੁਐਸਚਨ ਹੈ, ਇਹਦਾ ਜਵਾਬ ਤੇ ਮੈਂ ਬੜਾ ਕਲੀਅਰ ਕੱਟ ਤੁਹਾਨੂੰ ਦੇਣਾ ਸੀ, ਪਰ ਥੋੜ੍ਹੇ ਦਿਨ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਰਾਹੁਲ ਜੀ ਨੇ ਕਿਹਾ ਵੀ ਅਸੀਂ ਇਹਦਾ ਇੱਕ ਪ੍ਰੋਗਰਾਮ ਲਿਖਾਂਗੇ, ਉਹਦੇ ਤਹਿਤ ਅਸੀਂ ਜਿਹੜਾ ਵਾ ਉਹਦਾ ਚੋਣਾਂ ਆਪ ਦਾ ਨੁਮਾਇੰਦਾ ਚੁਣਾਂਗੇ ਫੋਰ ਚੀਫ ਮਿਨਿਸਟਰ ਕੈਂਡੀਡੇਟ। ਸੋ ਜੋ ਵੀ ਹੋਊਗਾ ਫਿਰ ਉਹਦੇ ਤਹਿਤ ਜਿਹੜਾ ਵਾ ਉਹ ਕਰਾਂਗੇ ਗੱਲ। ਅਕਾਲੀ ਦਲ ਵੇਲੇ 10 ਸਾਲ ਸਰਕਾਰ ਰਹਿ ਗਈ ਸੀ, ਉਦੋਂ ਉਹਨਾਂ ਵੇਲੇ ਕਿਹੜੇ ਕੰਮ ਅਧੂਰੇ ਸੀ ਜਿਹੜੇ ਤੁਸੀਂ ਪਿਛਲੇ 5 ਸਾਲਾਂ 'ਚ ਕੀਤੇ? ਅਕਾਲੀ ਦਲ ਨੇ ਕੀਤਾ ਹੀ ਕੱਖ ਨਹੀਂ ਜੀ, ਕੱਖ ਨਹੀਂ ਕੀਤਾ ਸਿਵਾਏ ਲੋਕਾਂ ਨੂੰ ਲੜਾਉਣ ਤੋਂ, ਝੂਠੇ ਪਰਚੇ ਕਰਾਉਣ ਤੋਂ, ਤੇ ਜਿਹੜਾ ਨਹੀਂ ਸਿਰ ਝੁਕਾਉਂਦਾ ਸੀ, ਜਿਹੜਾ ਨਹੀਂ ਉਹਨਾਂ ਦੇ ਥੱਲੇ ਲੱਗਦਾ, ਉਹਨੂੰ ਪਵਾ ਕੇ ਪਰਚਾ ਤੇ ਉਹਨੂੰ ਕਹਿਣਾ ਪਰਚੇ ਦੀ ਤੇ ਸਰੋਪੇ ਦੀ ਉਹਨਾਂ ਨੇ ਰਾਜਨੀਤੀ ਕੀਤੀ। ਡਿਵੈਲਪਮੈਂਟ ਵਾਲੇ ਦੂਜੇ ਸਹੁੰ ਦੀ ਤਾਂ ਤੁਸੀਂ ਵੀ ਕੀਤੀ ਇੱਧਰ? ਹਾਂਜੀ, ਸਹੁੰ ਦੀ ਤਾਂ ਇੱਧਰ ਕਾਂਗਰਸ ਨੇ ਵੀ ਕੀਤੀ ਹੈ, ਜਦੋਂ ਸਹੁੰ ਖਾਧੀ ਸੀ ਨਸ਼ੇ ਦਾ ਲੱਕ ਭੰਨਾਂਗੇ। ਫਿਰ ਭੁਗਤਣਾ ਵੀ ਪਿਆ ਉਹਨਾਂ ਨੂੰ। ਕੈਪਟਨ ਸਾਹਿਬ ਨੇ ਜੇ ਖਾਧੀ ਆ ਤੇ ਉਸ ਤੋਂ ਬਾਅਦ ਨਹੀਂ ਉਹਦੇ ਉੱਤੇ ਕੰਮ ਕੀਤਾ। ਸੋ ਇਹ ਤੇ ਜਿਹਨੇ ਪ੍ਰਮਾਤਮਾ ਨਾਲ ਹੀ ਉਹ ਸਹੁੰ ਖਾ ਕੇ ਤੇ ਉਹਦੇ ਉੱਤੇ ਕੀਤੀ, ਉਹ ਤਾਂ ਮਾੜੀ ਗੱਲ ਹੈ, ਉਹ ਨਹੀਂ ਸੀ ਹੋਣਾ ਚਾਹੀਦਾ। ਕੀ ਲੱਗਦਾ ਆਉਣ ਵਾਲੇ ਟਾਈਮ 'ਚ ਕੀ ਪੰਜਾਬ ਦਾ ਭਵਿੱਖ ਕੌਣ ਬਦਲੂਗਾ? ਕਾਂਗਰਸ। ਕੀ ਪਿਛਲੇ 5 ਸਾਲਾਂ 'ਚ ਕਿਉਂ ਨਹੀਂ ਕੀਤਾ ਇਹ ਜਿਹਾ? ਲੋਕ ਬੜੇ ਨਾਰਾਜ਼ ਆ, ਲੋਕ ਚਾਹੁੰਦੇ ਆ ਨਵੀਂ ਸਰਕਾਰ ਨੂੰ ਮੌਕਾ ਦੇਣਾ। ਜੇ ਹਲਕੇ 'ਚ ਵਿਚਰਦੇ ਆ, ਲੋਕ ਮਨ ਨਹੀਂ ਬਣਾ ਪਾ ਰਹੇ। ਨਹੀਂ ਉਹ ਥੋੜ੍ਹਾ ਜਿਹਾ ਜੇ ਦੇਖੋ ਨਾ, ਜਿਵੇਂ ਅੱਜ ਹੁਣ ਸਾਡੇ ਜਿਵੇਂ ਕੈਂਡੀਡੇਟ ਨਹੀਂ ਸੀ ਡਿਕਲੇਅਰ ਹੋਇਆ, ਅੱਜ ਕੱਲ੍ਹ ਪਰਸੋਂ ਸੰਡੇ ਨੂੰ ਮੇਰੀ ਟਿਕਟ ਫਾਈਨਲ ਹੋਈ, ਅੱਜ ਜਿਹੜਾ ਵਾ ਅਸੀਂ ਉਹ ਕੀ ਕਰ ਰਹੇ ਹਾਂ ਨੋਮੀਨੇਸ਼ਨ, ਮਤਲਬ ਇੱਦਾਂ ਹੁਣ ਕਲੈਰਿਟੀ ਆਊਗੀ ਨਾ। ਸੋ ਇੱਦਾਂ ਹੀ ਬਾਕੀ ਪਾਰਟੀਆਂ ਦਾ ਵੀ ਥੋੜ੍ਹਾ ਜਿਹਾ ਇੱਦਾਂ ਹੀ ਹੋਊਗਾ ਵੱਖਰਾ। ਸੋ ਹੌਲੀ ਹੌਲੀ 2 ਜਾਂ 5-7 ਦਿਨਾਂ ਦੇ ਵਿੱਚ ਇੱਕ ਜਿਹੜਾ ਇਹ ਸਾਰਾ ਸਿਸਟਮ ਜਿਹੜਾ ਵਾ ਉਹ ਡਿਵੈਲਪ ਹੋ ਜਾਊਗਾ। ਆਉਣ ਵਾਲੇ ਟਾਈਮ 'ਚ ਕੀ ਆਪਣੇ ਹਲਕੇ ਲਈ ਕੀ ਨਵਾਂ ਕਰੋਗੇ? ਨਵਾਂ ਹਲਕੇ ਵਾਸਤੇ ਕੀ ਕਰਾਂਗੇ? ਨਵਾਂ ਵੇਖੋ ਬੇਸਿਕ ਚੀਜ਼ਾਂ ਤੇ ਜਿਹੜੀਆਂ ਹੈਗੀਆਂ ਸਾਰੀਆਂ, 1-2 ਪ੍ਰੋਜੈਕਟਸ ਜਿਹੜੇ ਇਹੋ ਜਿਹੇ ਆ ਵੀ ਜਿਹੜੇ ਜਿਵੇਂ ਪਾਣੀ ਦਾ ਇਸ਼ੂ ਜਿਹੜਾ ਬੜਾ ਵਾ, ਉਹ ਸਾਡਾ ਬਿਲਕੁਲ ਹੀ ਉਹ ਥੱਲੇ ਵਾਲਾ ਪਾਣੀ ਪੀਣ ਦੇ ਲਾਇਕ ਨਹੀਂ ਰਿਹਾ। ਖਾਰੇ ਮਾਝੇ ਦੇ ਨਾਂ 'ਤੇ ਸਾਡਾ ਏਰੀਆ ਇਹ ਜਾਣਿਆ ਜਾਂਦਾ ਵਾ। ਸੋ ਉਹਨਾਂ ਚੀਜ਼ਾਂ ਨੂੰ, ਕਿਉਂਕਿ ਪੂਰਾ ਇੱਕ ਸਾਰੇ ਸਿਸਟਮ ਦੇ ਵਿੱਚ ਹੀ ਉਹ ਚੱਲ ਇੱਥੇ ਰੋਕ ਲਓ, ਇੱਕ ਪੂਰੇ ਥੱਲੇ ਜਾਈ ਜਾ ਰਿਹਾ ਗਰਾਊਂਡ ਲੈਵਲ। ਸੋ ਉਹਦਾ ਬੜਾ ਜਿਹੜਾ ਨੁਕਸਾਨ ਹੈ। ਸੋ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਸਾਡੇ ਆਉਣ ਵਾਲੇ
ਪੀੜ੍ਹੀ ਨੂੰ, ਆਉਣ ਵਾਲੇ ਬੱਚਿਆਂ ਨੂੰ ਜਿਹੜਾ ਵਾ ਇਹਨਾਂ ਚੀਜ਼ਾਂ ਦਾ ਖਾਮਿਆਜਾ ਭੁਗਤਣਾ ਪਵੇ। ਔਰ ਹਲਕੇ ਵਾਸਤੇ ਵੇਖੋ ਜੋ ਹੁਣ ਅੱਜ ਜਿਵੇਂ ਹੁਣ ਮੀਟਿੰਗ ਰੱਖੀ ਆ ਤਾਂ ਹੁਣ ਦੇਖਦੇ ਹਾਂ, ਪੁੱਛਦੇ ਕੀ ਸਾਰੇ ਕਹਿੰਦੇ, ਜਿਹੋ ਜਿਹਾ ਮਾਹੌਲ ਬਣੂਗਾ ਉਸ ਹਿਸਾਬ ਨਾਲ ਫਿਰ ਕਰਾਂਗੇ। ਮਾਝੇ ਦਾ ਝੰਡਾ ਲਖਵਾਉਣ ਵਾਲੇ ਮਜੀਠੀਏ ਨੇ ਇੱਥੇ ਮਾਝੇ 'ਚ ਆ ਕੇ ਸਿੱਧੂ ਦੇ ਹਲਕੇ 'ਚ ਉਹਨਾਂ ਦਾ ਗੜ੍ਹ ਕਾਈਂਡ ਆਫ ਭੰਨਣ ਦੀ ਕੋਸ਼ਿਸ਼ ਕੀਤੀ ਹੈ ਤੇ ਬੋਲਬਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਕੋਈ ਟਿੱਪਣੀ? ਮਾਝੇ ਦਾ ਇੱਕ ਟ੍ਰੈਂਡ ਹਮੇਸ਼ਾ ਹੀ ਇਹ ਰਿਹਾ ਵੀ ਇਹ ਪਿਆਰ ਨਾਲ ਚੁੱਕਦੇ ਵੀ ਬੜਾ, ਤੇ ਜਦੋਂ ਬੰਦਾ ਆਪ ਹੀ ਕਹਿਣ ਲੱਗ ਪੈਂਦਾ ਵੀ ਮੈਂ ਜਰਨੈਲ ਹਾਂ, ਫਿਰ ਉਹਨੂੰ ਲਾ ਕੇ ਥੱਲੇ ਮਾਰਦੇ ਮਿੰਟ 'ਚ। ਸੋ ਮਾਝੇ ਦਾ ਜਰਨੈਲ ਨਹੀਂ ਕਦੇ ਬਣਨਾ ਚਾਹੀਦਾ। ਧੰਨਵਾਦ ਜੀ, ਧੰਨਵਾਦ। ਆ ਬਾਹਰ ਮਾਰ ਲਓ ਬਾਹਰ। ਤਾਂ ਇਹ ਸੀ ਸਾਡੇ ਨਾਲ ਸੁਖਪਾਲ ਭੁੱਲਰ ਜੀ। ਇਹ ਅੱਜ ਆਪਣੀ ਨਾਮਜ਼ਦਗੀ ਭਰ ਕੇ ਇੱਥੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਗਏ ਹੈ ਤੇ ਇਹਨਾਂ ਨੇ ਬੜਾ ਸੋਹਣਾ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਬਾਕੀ ਦੇਖਦੇ ਹਾਂ ਇਹਨਾਂ ਦੇ ਹਲਕੇ ਦੇ ਲੋਕ ਕਿਹਨੂੰ ਚੂਜ਼ ਕਰਦੇ ਆ, ਆਉਣ ਵਾਲੇ ਟਾਈਮ 'ਚ ਦੇਖਾਂਗੇ। ਕੈਮਰਾਮੈਨ ਗੁਰਸਿਮਰਨ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।